ਤਮੀਜ਼ 'ਚ ਰਹਿ, ਤਮੀਜ਼ 'ਚ ਰਹਿ। ਅੱਗੋਂ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ। ਜਾਂ ਮੈਨੂੰ ਕੋਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਉਸੇ ਹੀ ਮੰਤਰੀ ਦਾ ਇੱਕ ਆਡੀਓ ਕਲਿੱਪ ਬਹੁਤ ਵਾਇਰਲ ਹੋਇਆ ਸੀ, ਜਿਸ ਦੇ ਵਿੱਚ ਇੱਕ ਡੀਐਸਪੀ ਨੂੰ ਇੱਥੋਂ ਤੱਕ ਕਹਿੰਦੇ ਨਜ਼ਰ ਆ ਰਹੇ ਸੀ ਕਿ ਤੈਨੂੰ ਪਤਾ ਨਹੀਂ। ਮੰਤਰੀ ਬੋਲਦਾ ਪਿਆ ਤੇਰੇ ਨਾਲ, ਅੱਗੋਂ ਪੜਾਈ ਜਾਂਦਾ ਮੈਨੂੰ। ਕਮਾਲ ਦੀ ਗੱਲ ਹੈ ਸਰ ਤੁਹਾਡੇ ਕੀ ਮੈਂ ਉਹ ਚੀਜ਼ ਕਰ ਰਿਹਾ ਹਾਂ ਜਿਹੜੀ ਚੀਜ਼ ਕੋਈ ਆਰਡਰ ਨਾ ਹੋਵੇ। ਕਿਵੇਂ ਦੇਖਦੇ ਹੋ ਭਾਰਤ ਭੂਸ਼ਣ ਆਸ਼ੂ ਅੱਜ ਖੁਦ ਸਲਾਖਾਂ ਦੇ? ਜੇ ਅੱਜ ਮੈਨੂੰ ਤੁਹਾਨੂੰ ਸਾਬਕਾ ਕਹਿਣਾ ਪੈ ਰਿਹਾ ਨਾ, ਤਾਂ ਉਹਦੇ ਵਿੱਚ ਇਸ ਬੰਦੇ ਦਾ ਰੋਲ ਹੈ, ਠੀਕ ਹੈ। ਪਰ ਇਹ ਸਾਬਕਾ ਵੀ ਹੋ ਗਿਆ ਤੇ ਜੇਲ੍ਹ 'ਚ ਵੀ ਬੈਠਾ। ਕੁਦਰਤ ਦੀ ਜਿਹੜੀ ਲਾਠੀ ਪਰਮਾਤਮਾ ਦੀ ਜਿਹੜੀ ਹੁੰਦੀ ਨਾ, ਉਹ ਬੜੇ ਹੀ ਚੁੱਪ ਕਰਕੇ ਵੱਜਦੀ ਹੈ, ਤੇ ਜਿੱਥੇ ਵੱਜਦੀ ਉਦੋਂ ਬਾਅਦ ਫਿਰ ਬੰਦੇ ਨੂੰ ਸਾਹ ਨਹੀਂ ਆਉਂਦਾ। ਮੈਨੂੰ ਸਾਬਕਾ ਕੀਤਾ, ਮੇਰੇ ਕੋਲ ਤਾਂ ਨੌਕਰੀ ਅਜੇ ਵੀ ਵੱਜਦੀ ਹੈ। ਇਹ ਤਾਂ ਆਪਣੀ ਪੂਰਾ ਕਰਕੇ ਟਰਮ ਫਿਰ ਉਤਰਿਆ, ਪਰ ਇਹਨੂੰ ਸਾਬਕਾ ਨੂੰ ਜੇਲ੍ਹ ਦੇ ਵਿੱਚ ਇਹਦੀਆਂ ਕਰਤੂਤਾਂ ਨੇ ਬਚਾਇਆ। ਇਹ ਆਸ਼ੂ ਇੱਕ ਨਹੀਂ ਹੈਗਾ, ਆਸ਼ੂ ਦਾ ਨਾਲ ਤਾਂ ਸਾਰੀ ਸਟੇਟ ਭਰੀ ਪਈ ਹੈ। ਜਿਹੜੇ ਬਾਕੀ ਲਿਸਟ 133 ਬੰਦਿਆਂ ਦੀ ਇਹਨਾਂ ਨੇ ਮਨਜ਼ੂਰੀ ਵਾਸਤੇ ਭੇਜੀ ਹੈ, ਉਹ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਅੰਦਰ ਤੇ ਜਾਣ। ਉਹਦੇ 'ਚ ਬਹੁਤ ਵੱਡੇ ਅਫਸਰ ਹੈਗੇ ਆ, ਉਹ 'ਚ ਮੰਤਰੀ ਹੈਗੇ ਆ, ਉਹ 'ਚ ਤ੍ਰਿਪਤ ਰਜਿੰਦਰ ਬਾਜਵਾ ਹੈਗਾ, ਉਹ 'ਚ ਸੁਖਜਿੰਦਰ ਸਿੰਘ ਰੰਧਾਵਾ ਹੈਗਾ, ਉਹਦੇ 'ਚ ਸੰਦੀਪ ਸਿੰਘ ਸਾਡਾ ਕੈਪਟਨ ਸੰਦੀਪ ਸੰਧੂ ਹੈਗਾ, ਉਹਦੇ 'ਚ ਰਾਜਾ ਵਿੜੰਗ ਹੈਗਾ, ਉਹ 'ਚ ਮਨਪ੍ਰੀਤ ਸਿੰਘ ਬਾਦਲ ਹੈਗਾ, ਤੇ ਰਵਨੀਤ ਬਿੱਟੂ ਵੀ। ਇਹ ਜਿਹੜਾ ਮਤਲਬ ਇੱਕ ਬੁੱਚੜ ਫੈਮਿਲੀ ਦਾ ਜਿਹੜਾ ਚਿਰਾਗ ਜਗਦਾ ਹੋਇਆ, ਜਿਹਨੇ ਇੱਕ ਸਿੱਖੀ ਦਾ ਘਾਣ ਕਰਨ ਵਿੱਚ ਪੂਰਾ ਪਰਿਵਾਰ ਜਿਹੜਾ ਇਹਦਾ ਯੋਗਦਾਨ ਰਿਹਾ ਹੈ ਇਹਨਾਂ ਦੇ ਬਜ਼ੁਰਗਾਂ ਦਾ, ਉਹ ਅੱਜ ਜਿਹੜਾ ਪੁਲਿਸ ਨੂੰ ਦਬਕੇ ਮਾਰਦਾ, ਧੱਕੇ ਮਾਰਦਾ, ਚੋਰ ਕਹਿੰਦਾ, ਇਹ ਆਪਣਾ ਗਰੇਬਾਂ 'ਚ ਝਾਤੀ ਤਾਂ ਮਾਰ ਲੈਣ। ਕਿੰਨੇ ਘਟੀਆ ਲੋਕ ਨੇ ਇਹ। ਤਰਨਤਾਰਨ ਵਿੱਚ 200-250 ਬੰਦਾ ਮਰਿਆ ਸੀ, ਉਹਦੇ ਵਿੱਚ ਵੀ ਹਿੱਸੇਦਾਰ ਸੀ। ਉਹ ਫੈਕਟਰੀਆਂ ਦੇ ਵਿੱਚ ਜਿਹੜੀਆਂ ਸ਼ਰਾਬਾਂ ਬਣਦੀਆਂ ਸੀ, ਉਹ 'ਚ ਰਵਨੀਤ ਬਿੱਟੂ, ਉਹਦੇ 'ਚ ਭਾਰਤ ਭੂਸ਼ਣ ਆਸ਼ੂ ਤੇ ਹੋਰ 7-8 ਨਾਮ ਮੈਂ ਵਾਰ-ਵਾਰ ਲੈਣਾ ਹੁੰਦਾ, ਠੀਕ ਹੈ। ਇਹ ਕੰਮ ਤਾਂ ਇਹ ਕਰਦੇ ਆ, ਤੇ ਕਹਿੰਦੇ ਪੁਲਿਸ ਨੂੰ ਚੋਰ ਨੇ। ਤੁਸੀਂ ਤਾਂ ਡਾਕੂਆਂ ਤੋਂ ਵੀ ਟੱਪ ਗਏ, ਤੁਸੀਂ ਤਾਂ ਹਥਿਆਰੇ ਹੋ। ਇੰਟਰਨਲ ਗੇਮ ਵੀ ਚੱਲ ਰਹੀ ਹੈ ਕਾਂਗਰਸ ਦੇ ਵਿੱਚ, ਇੱਕ ਦੂਜੇ ਨੂੰ ਬਿਲਕੁਲ ਮੈਦਾਨ ਖਾਲੀ ਪਿਆ। ਕੈਪਟਨ ਅਮਰਿੰਦਰ ਸਿੰਘ ਖਤਮ ਹੋ ਕੇ ਬੀਜੇਪੀ 'ਚ ਵੜ ਗਿਆ, ਉੱਥੇ ਮਰ ਜੂਗਾ। ਜਿਹੜਾ ਬਾਕੀ ਰਹਿੰਦਾ ਮੌਤ ਇਹਨੂੰ ਵੈਸੇ ਤਾਂ ਆਉਂਦੀ ਨਹੀਂ। ਜਿਹੜਾ ਰਾਜਾ ਵਿੜੰਗ ਬਣਾਇਆ ਸੀਗਾ, ਇਹ ਦਰਜੀ ਚੋਰ ਹੈਗਾ, ਦਰਜੀਆਂ ਦੇ ਤਾਂ ਪੈਸੇ ਨਹੀਂ ਦਿੰਦਾ। ਬੱਸਾਂ ਦੀਆਂ ਬਾਡੀਆਂ ਦੀਆਂ ਡਕੈਤੀਆਂ ਮਾਰੀਆਂ ਹੋਏ ਨੇ। ਸੰਦੀਪ ਸੰਧੂ ਜਿਹੜਾ ਮਜੀਠੀਏ ਦਾ ਉੱਤਰਾਧਿਕਾਰੀ, ਉਹਨੂੰ ਮੈਂ ਹੁਣ ਨਵਾਂ ਨਾਮ ਦੇਵਾਂਗਾ, ਮਜੀਠੀਏ ਦਾ ਉੱਤਰਾਧਿਕਾਰੀ, ਠੀਕ ਹੈ। ਇਹ ਸੰਦੀਪ ਸੰਧੂ ਨੂੰ ਸੁਣਿਆ ਭੁਲੇਖੇ ਨਾਲ ਰਹੀ। ਕੁਝ ਲੋਕ ਇੱਥੇ ਬੈਠੇ ਨੂੰ ਵੀ ਦੇਖਦੇ, ਜਿਹੜੇ ਲੋਕੀਆਂ ਖੇਡਾਂ ਖੇਡਦੇ ਆ, ਬਣਨ ਤੈਨੂੰ ਵੀ ਕੁਝ ਨਹੀਂ ਦੇਣਾ, ਜੇਲ੍ਹ ਤੈਨੂੰ ਵੀ ਭੇਜਣੀ। ਸਰਕਾਰ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਸਪੈਸ਼ਲੀ ਤੁਹਾਡਾ ਜ਼ਿਕਰ ਵੀ ਉਸ ਦਿਨ ਉਹਨਾਂ ਨੇ ਕੀਤਾ ਵੀ ਡੀਐਸਪੀ ਸਾਹਿਬ ਦੇ ਨਾਲ ਧੱਕਾ ਇਸ ਤਰੀਕੇ ਨਾਲ ਹੋਇਆ ਸੀਗਾ। ਇਹ ਜ਼ਿਕਰ ਜਿਹੜੇ ਕੀਤੇ ਜਾਂਦੇ ਹੁੰਦੇ ਨਾ, ਇਹ ਪੋਲੀਟੀਕਲ ਇੰਜੈਕਸ਼ਨ ਹੁੰਦੇ ਆ। ਇਹ ਲਾ ਕੇ ਵੇਖੇ ਜਾਂਦੇ ਆ ਵੀ ਕੀ ਰਿਐਕਸ਼ਨ ਹੁੰਦਾ। ਮੈਨੂੰ ਨਹੀਂ ਕੋਈ ਇਹੋ ਜਿਹੇ ਜ਼ਿਕਰਾਂ ਜੁਗਰਾਂ ਦਾ ਵਹਿਮ ਹੈਗਾ। ਬੜੀ ਦੁਨੀਆ ਇੱਥੇ ਕਈ ਫਿਰਦੀ ਬੱਲੇ ਬੱਲੇ ਜੀ, ਭਗਵੰਤ ਮਾਨ ਨੇ ਨਾਮ ਲੈਤਾ ਥੋੜ੍ਹਾ। ਕੀ ਭਗਵੰਤ ਮਾਨ ਨੇ ਨਾਮ ਲੈਤਾ? ਗੱਲ ਤਾਂ ਇਹ ਜਿਹੜੀ ਹੈਗੀ ਹੈ, ਸਾਰਾ ਹੁਕਮ ਤਾਂ ਦਿੱਲੀੋਂ ਲੈਂਦਾ। ਇਹੋ ਜਿਹਾ ਬੰਦਾ ਮੇਰਾ ਨਾਮ ਲਾਉਂਦਾ, ਮੈਨੂੰ ਸ਼ਰਮ ਆਉਂਦੀ ਹੈ। ਇਸ ਕਰਕੇ ਇਹਨਾਂ ਦੀ ਹਿੱਕ ਤੇ ਜ਼ੋਰ ਦੇ ਕੇ ਇੱਕ ਦੇ ਹਿੱਕ ਤੇ ਬੈਠ ਕੇ ਆਪਦੇ ਹੱਕ ਲਵਾਂਗੇ। ਇਹ ਨਹੀਂ ਦੇਣਗੇ ਤਾਂ ਕੋਰਟ 'ਤੇ ਲਵਾਂਗੇ, ਕੋਰਟ ਦੀ ਵੀ ਹਿੱਕ ਤੇ ਬੈਠ ਲਾਂਗੇ। ਮੈਨੂੰ ਪਤਾ ਕੋਰਟਾਂ ਵੀ ਵਿਕਾਊ ਤੇ ਘਟੀਆ ਲੋਕਾਂ ਨਾਲ ਭਰੀਆਂ ਹੋਈਆਂ। ਸਾਨੂੰ ਕਿਸੇ ਤੋਂ ਚਾਹੀਦਾ ਕੁਝ ਨਹੀਂ, ਪਰ ਅਸੀਂ ਆਪਣੇ ਹੱਕ ਛੱਡਣੇ। ਹੈਲੋ, ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਹੈ ਸੇਖੋ ਸਾਹਿਬ? ਸਰ ਮਿਹਰਬਾਨੀ ਹੁਕਮ ਸਰ। ਸੇਖੋ ਸਾਹਿਬ ਰਿਕਾਰਡਿੰਗ ਔਨ ਕਰੋ ਆਪਣੇ ਫੋਨ ਦੀ। ਇਹ ਆਲਵੇਜ਼ ਚੱਲਦੀ ਰਹਿੰਦੀ ਸਰ, ਹੁਕਮ ਕਰੋ। ਹਾਂ ਸੁਣੋ ਸਰ, ਪੋਲਿਟਿਕਸ ਨਾ ਬੜੀ ਮਹਿੰਗੀ ਪੈਂਦੀ ਹੈ EMPLOYE ਨੂੰ। ਮੈਂ ਨਹੀਂ ਸਰ ਕੁਝ ਵੀ ਕਰ ਰਿਹਾ ਜੀ। ਜਿੰਨੀ ਜ਼ੋਰ ਨਾਲ ਕਰਕੇ ਦੇਖ ਸਕਦਾ ਨਾ, ਕਰਕੇ ਦੇਖ ਲੈ ਜੀ। ਇੰਨਾ ਕਮਜ਼ੋਰ ਮੈਨੂੰ ਸਮਝੀ ਨਾ, ਜਿੰਨਾ ਤੂੰ ਪੋਲਿਟਿਕਸ ਜੀ ਕਰਕੇ ਇੱਥੇ ਚੁਗਲ ਜਿਹਾ ਬਣਿਆ ਹੋਇਆ। ਰਾਈਟ ਸਰ। ਹੋਰ ਸਰ, ਜਿੰਨੀ ਮਦਦ ਤੇਰੀ ਕਰਦੇ ਸੀ ਨਾ, ਮਿੱਧ ਕੇ ਰੱਖ ਦਿਆਂਗੇ। ਕਿਸੇ ਕੋਲ ਨਹੀਂ ਬਚਾਅ ਹੋਏਗਾ ਤੇਰੇ ਕੋਲ। ਚਲੋ ਸਰ, ਤੁਹਾਨੂੰ ਕੋਈ ਗਲਤਫਹਿਮੀ ਹੋਣੀ ਹੈ। ਗਲਤਫਹਿਮੀ ਚ ਉਦੋਂ ਮੈਂ ਤੈਨੂੰ ਕਿਹਾ ਸੀ, ਤੂੰ ਵਿੱਚ ਪਾਰਟੀ ਨਾ ਬਣੀ। ਕਾਹਦੇ ਵਿੱਚ ਸਰ? ਆਪਣੀ ਪੁਲਿਸਿੰਗ ਤਾਂ ਹੀ ਰਹਿ। ਜੋ ਕੰਮ ਤੈਨੂੰ ਦਿੱਤਾ ਗਿਆ, ਰਿਪੋਰਟਾਂ ਬਣਦੀਆਂ ਹੀ ਰਹਿੰਦੀਆਂ, ਇਹ ਆਪੇ ਹੀ ਠੀਕ ਕਰ ਲਾਂਗੇ। ਠੀਕ ਹੈ ਸਰ, ਤਾਂ ਫਿਰ ਵੀ ਮੈਨੂੰ ਮਾੜਾ ਗਾਈਡ ਕਰ ਦਿਓ ਵੀ ਕਿਹਦੇ ਬਾਰੇ ਕਹਿ ਰਹੇ ਹੋ। ਤੂੰ ਸਮਝਦਾ ਇੰਨਾ ਅਣਜਾਣ ਨਹੀਂ ਹੈ। ਨਹੀਂ ਸਰ, ਹੁਣ ਤੁਸੀਂ ਆਨ ਦੀ ਕਰਾ ਹੀ ਰਹੇ ਹੋ ਨਾ, ਤੁਸੀਂ ਜਿਹੜਾ ਦੱਸ ਦਿਓ, ਬੋਲ ਦਿਓ ਜੋ ਬੋਲਣਾ। ਤੁਸੀਂ ਆਪ ਕੀ ਰਿਕਾਰਡਿੰਗ ਤੇ ਕਰਾ ਲਓ, ਦੱਸੋਗੇ ਕੀ ਹੁਕਮ ਕਰੋ ਮੈਨੂੰ ਤਾਂ। ਹਾਂ, ਤੂੰ ਬੜਾ ਚਤਰ ਬਣਦਾ ਆ। ਨਹੀਂ ਦੱਸੋ ਨਾ, ਕੋਈ ਰੀਜ਼ਨ ਤਾਂ ਦੱਸ ਦਿਓ ਕਿਸ ਗੱਲ ਤੇ। ਕੰਸਟੀਚੁਐਂਸੀ ਦੀ ਡਿਵੈਲਪਮੈਂਟ ਵਾਸਤੇ ਨਹੀਂ ਹੈ ਇੱਥੇ। ਮੈਂ ਡਿਵੈਲਪਮੈਂਟ ਵਾਸਤੇ ਹੀ ਹਾਂ ਸਰ। ਆਪਣੇ ਮਿਨਿਸਟਰ ਦੇ ਔਰ ਬਣੀ ਦੇ ਇੰਟਰਸਟ ਵਾਚ ਕਰਨ ਲਈ ਇੱਥੇ ਹੈ। ਬਿਲਕੁਲ ਨਹੀਂ ਫਾਈਨਲੀ ਕਿਸੇ ਇੰਟਰਸਟ, ਕਿਸੇ ਵੀ ਡਿਵੈਲਪਮੈਂਟ 'ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ, ਤੂੰ ਨਹੀਂ ਇੰਟਰਫੇਅਰ ਕਰਨਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਸਮਾਂ ਬਲਵਾਨ ਹੁੰਦਾ ਹੈ। ਅੱਜ ਪਾਵਰ ਹੈ ਤੇ ਕੱਲ੍ਹ ਪਤਾ ਨਹੀਂ ਪਾਵਰ ਰਹੇ ਕਿ ਨਾ ਰਹੇ। ਇਹ ਗੱਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਪਿਛਲੇ ਸਰਕਾਰ ਦੇ ਸਮੇਂ, ਉਸ ਸਮੇਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਉਸੇ ਹੀ ਮੰਤਰੀ ਦਾ ਇੱਕ ਆਡੀਓ ਕਲਿੱਪ ਬਹੁਤ ਵਾਇਰਲ ਹੋਇਆ ਸੀ, ਜਿਸ ਦੇ ਵਿੱਚੋਂ ਇੱਕ ਡੀਐਸਪੀ ਨੂੰ ਇੱਥੋਂ ਤੱਕ ਕਹਿੰਦੇ ਨਜ਼ਰ ਆ ਰਹੇ ਸੀ ਕਿ ਤੈਨੂੰ ਪਤਾ ਨਹੀਂ ਮੈਂ ਕੌਣ ਬੋਲ ਰਿਹਾ, ਮੈਂ ਮੰਤਰੀ ਬੋਲ ਰਿਹਾ। ਜਾ ਕੇ ਹਾਈ ਕੋਰਟ ਨੇ ਕਹਿੰਦੀ ਕਿ ਮੰਤਰੀ ਨਹੀਂ ਮੰਨਦਾ। ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਸਾਡੇ ਨਾਲ ਨੇ। ਸੇਖੋ ਸਾਹਿਬ ਕਹਿੰਦੇ ਸਮਾਂ ਬਹੁਤ ਬਲਵਾਨ ਹੁੰਦਾ ਹੈ। ਕਰਵਟ ਲੈਂਦਿਆਂ ਸਮਾਂ ਕਹਿੰਦੇ ਲੱਗਦਾ ਨਹੀਂ ਕਦੋਂ ਕਿੱਧਰ ਪਲਟੀ ਵੱਜ ਜਾਏ। ਕਿਵੇਂ ਦੇਖਦੇ ਹੋ ਭਾਰਤ ਭੂਸ਼ਣ ਆਸ਼ੂ ਅੱਜ ਖੁਦ ਸਲਾਖਾਂ ਦੇ? ਜੇ ਅੱਜ ਮੈਨੂੰ ਤੁਹਾਨੂੰ ਸਾਬਕਾ ਕਹਿਣਾ ਪੈ ਰਿਹਾ ਨਾ, ਤਾਂ ਉਹਦੇ ਵਿੱਚ ਇਸ ਬੰਦੇ ਦਾ ਰੋਲ ਹੈ, ਠੀਕ ਹੈ। ਪਰ ਇਹ ਸਾਬਕਾ ਵੀ ਹੋ ਗਿਆ ਤੇ ਜੇਲ੍ਹ 'ਚ ਵੀ ਬੈਠਾ ਹੈ।
ਇੰਨਾ ਕੁ ਫਰਕ ਹੁੰਦਾ। ਕੁਦਰਤ ਦੀ ਜਿਹੜੀ ਲਾਠੀ ਪਰਮਾਤਮਾ ਦੀ ਜਿਹੜੀ ਹੁੰਦੀ ਨਾ, ਉਹ ਬੜੇ ਹੀ ਚੁੱਪ ਕਰਕੇ ਵੱਜਦੀ ਹੈ, ਤੇ ਜਿੱਥੇ ਵੱਜਦੀ ਉਸ ਤੋਂ ਬਾਅਦ ਫਿਰ ਬੰਦੇ ਨੂੰ ਸਾਹ ਨਹੀਂ ਆਉਂਦਾ। ਮੈਨੂੰ ਸਾਬਕਾ ਕੀਤਾ, ਮੇਰੇ ਕੋਲ ਤਾਂ ਨੌਕਰੀ ਅਜੇ ਵੀ ਬਚਦੀ ਹੈ। ਇਹ ਤਾਂ ਆਪਣੀ ਪੂਰਾ ਕਰਕੇ ਟਰਨ ਫਿਰ ਉਤਰਿਆ, ਪਰ ਇਹਨੂੰ ਸਾਬਕਾ ਨੂੰ ਜੇਲ੍ਹ ਦੇ ਵਿੱਚ ਇਹਦੀਆਂ ਕਰਤੂਤਾਂ ਨੇ ਬਚਾਇਆ। ਜੋ ਇਹ ਧੱਕੇ ਕਰਦੇ ਰਹੇ ਹੈ, ਜੋ ਇਹਨਾਂ ਨੇ ਠੱਗੀਆਂ ਚੋਰੀਆਂ ਕੀਤੀਆਂ, ਜੋ ਇਹਨਾਂ ਨੇ ਜ਼ੁਬਾਨ ਨਾਲ ਲੋਕਾਂ ਨਾਲ ਮਾੜਾ ਕੀਤਾ, ਅੱਜ ਡਿਜ਼ਰਵ ਕਰਦਾ ਸੀ ਉਹ। ਬਹੁਤ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ। ਇਸ ਸਰਕਾਰ ਨੇ ਕੋਈ ਚਾਹੀਦਾ ਕੰਮ ਕੀਤਾ, ਹੁਣ ਤੱਕ ਤਾਂ ਇਹਨਾਂ ਤੋਂ ਚਾਹੀਦਾ ਕੰਮ ਹੋਇਆ ਕੋਈ ਨਹੀਂਗਾ। ਜੇ ਕੀਤਾ ਤਾਂ ਇਹ ਲੱਗੇ ਰਹਿਣ। ਇਹ ਆਸ਼ੂ ਇੱਕ ਨਹੀਂ ਹੈਗਾ, ਆਸ਼ੂ ਦਾ ਨਾਲ ਤਾਂ ਸਾਰੀ ਸਟੇਟ ਭਰੀ ਪਈ ਹੈ। ਜਿਹੜੇ ਬਾਕੀ ਲਿਸਟ 133 ਬੰਦਿਆਂ ਦੀ ਇਹਨਾਂ ਨੇ ਮਨਜ਼ੂਰੀ ਵਾਸਤੇ ਭੇਜੀ ਹੈ, ਉਹ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਅੰਦਰ ਤੇ ਜਾਣ। ਉਹਦੇ 'ਚ ਬਹੁਤ ਵੱਡੇ ਅਫਸਰ ਹੈਗੇ ਆ, ਉਹ 'ਚ ਮੰਤਰੀ ਹੈਗੇ ਆ, ਉਹ 'ਚ ਤ੍ਰਿਪਤ ਰਜਿੰਦਰ ਬਾਜਵਾ ਹੈਗਾ, ਉਹ 'ਚ ਸੁਖਜਿੰਦਰ ਸਿੰਘ ਰੰਧਾਵਾ ਹੈਗਾ, ਉਹਦੇ 'ਚ ਸੰਦੀਪ ਸਿੰਘ ਜਿਹੜਾ ਕੈਪਟਨ ਸੰਦੀਪ ਸੰਧੂ ਹੈਗਾ, ਉਹਦੇ 'ਚ ਰਾਜਾ ਵਿੜੰਗ ਹੈਗਾ, ਉਹਦੇ 'ਚ ਮਨਪ੍ਰੀਤ ਸਿੰਘ ਬਾਦਲ ਹੈਗਾ। ਇਸ ਤੋਂ ਇਲਾਵਾ ਵੀ ਹੋਰ ਬਹੁਤ ਨਾਮ ਹੈਗੇ, ਜੋ ਉਸ ਨਾਮ ਤਾਂ ਤੁਹਾਨੂੰ ਦੱਸਦੇ। ਰਵਨੀਤ ਬਿੱਟੂ ਵੀ, ਇਹ ਜਿਹੜਾ ਮਤਲਬ ਇੱਕ ਬੁੱਚੜ ਫੈਮਿਲੀ ਦਾ ਜਿਹੜਾ ਚਿਰਾਗ ਜਗਦਾ ਹੋਇਆ, ਜਿਹਨੇ ਇੱਕ ਸਿੱਖੀ ਦਾ ਘਾਣ ਕਰਨ ਵਿੱਚ ਪੂਰਾ ਪਰਿਵਾਰ ਜਿਹੜਾ ਇਹਦਾ ਯੋਗਦਾਨ ਰਿਹਾ ਹੈ ਇਹਨਾਂ ਦੇ ਬਜ਼ੁਰਗਾਂ ਦਾ, ਉਹ ਅੱਜ ਜਿਹੜਾ ਪੁਲਿਸ ਨੂੰ ਦਬ ਕੇ ਮਾਰਦਾ, ਧੱਕੇ ਮਾਰਦਾ, ਚੋਰ ਕਹਿੰਦਾ, ਇਹ ਆਪਣਾ ਗਰੇਬਾਨ 'ਚ ਝਾਤੀ ਤਾਂ ਮਾਰ ਲੈਣ। ਕਿੰਨੇ ਘਟੀਆ ਲੋਕ ਨੇ ਇਹ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਵੀ ਇਹਨਾਂ ਦੀਆਂ ਸਲਾਖਾਂ ਦੇ ਥੱਲੇ ਜਿਹੜਾ ਇਸ ਮੁਕੱਦਮੇ 'ਚ ਵੀ ਜਿਹੜੀਆਂ ਇਹਨਾਂ ਨੇ ਤਰਨਤਾਰਨ ਵਿੱਚ 200-250 ਬੰਦਾ ਮਰਿਆ ਸੀ, ਉਹਦੇ ਵਿੱਚ ਵੀ ਹਿੱਸੇਦਾਰ ਸੀ। ਉਹ ਫੈਕਟਰੀਆਂ ਦੇ ਵਿੱਚ ਜਿਹੜੀਆਂ ਸ਼ਰਾਬਾਂ ਬਣਦੀਆਂ ਸੀ, ਉਹ 'ਚ ਰਵਨੀਤ ਬਿੱਟੂ, ਉਹਦੇ 'ਚ ਭਾਰਤ ਭੂਸ਼ਣ ਆਸ਼ੂ ਤੇ ਹੋਰ 7-8 ਨਾਮ ਮੈਂ ਵਾਰ-ਵਾਰ ਲੈਣਾ ਹੁੰਦਾ। ਠੀਕ ਹੈ, ਆ ਜਿਹੜੇ ਇਹਦੀ ਔਲਾਦ ਬਾਕੀ ਦੇ ਜਿਹੜਾ ਗੁਰਕੀਰਤ ਕੋਟਲੀ ਹੈ, ਆ ਫੈਕਟਰੀ ਲਾਈ ਹੋਈ ਖੰਨੇ, ਠੀਕ ਹੈ, ਉੱਥੇ ਜਿਹੜੇ ਲੋਕਲ ਬੰਦਿਆਂ ਦੇ ਨਾਲ ਲਾ ਕੇ, ਇਵੇਂ ਹੋਰ ਬਾਕੀਆਂ ਦੇ ਨੇ ਵੀ। ਠੀਕ ਹੈ, ਇਹ ਕੰਮ ਤਾਂ ਇਹ ਕਰਦੇ ਆ ਤੇ ਕਹਿੰਦੇ ਆ ਪੁਲਿਸ ਨੂੰ ਚੋਰ ਨੇ। ਤੁਸੀਂ ਤਾਂ ਡਾਕੂਆਂ ਤੋਂ ਵੀ ਟੱਪ ਗਏ, ਤੁਸੀਂ ਤਾਂ ਹਥਿਆਰੇ ਹੋ। ਸੋ ਕੰਜਰੋ ਟਾਈਮ ਜਿਹੜਾ ਹੈਗਾ ਆ ਗਿਆ, ਵਕਤ ਜਿਹੜਾ ਆ ਗਿਆ। ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਸੜਕਾਂ ਤੇ ਲਿਆ ਕੇ ਇਨਸਾਫ ਲੈਣਗੇ ਲੋਕ। ਬਹੁਤ ਸਾਰੇ ਸਬੂਤਾਂ ਦੀ ਤੁਸੀਂ ਗੱਲ ਕਰਦੇ ਸੀ, ਜਦੋਂ ਮੈਂ ਪਹਿਲਾਂ ਵੀ ਇੰਟਰਵਿਊ ਕੀਤਾ ਤੁਸੀਂ ਉਦੋਂ ਵੀ ਕਹਿੰਦੇ ਸੀ ਮੇਰੇ ਕੋਲ ਬਹੁਤ ਕੁਛ ਹੈ, ਸਮਾਂ ਆਉਣ ਦੇ ਉੱਤੇ ਸਾਰਾ ਕੁਝ ਦੱਸਾਂਗਾ। ਹੁਣ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ, ਵੱਡੇ ਇਲਜ਼ਾਮ ਨੇ, ਤਾਂ ਉਹ ਸਬੂਤ ਤੁਸੀਂ ਵੀ ਦਿਓਗੇ, ਸਰਕਾਰ ਤੱਕ ਪਹੁੰਚ ਕਰੋਗੇ ਜਾਂ ਤੁਹਾਡੇ ਤੱਕ ਪਹੁੰਚ? ਬਿਲਕੁਲ ਕਰਾਂਗੇ। ਕੁਝ ਸਬੂਤ ਮੇਰੇ ਕੋਲੇ ਹੈਗੇ ਆ, ਜਿਹੜੇ ਆਸ਼ੂ ਦੇ ਕਤਲੋਗਾਰਤ, ਜਿਹੜੇ 4 ਅੱਤਵਾਦ ਦੇ ਟਾਈਮ 'ਚ 3 ਔਰਤਾਂ ਤੇ ਇੱਕ ਪੁਲਿਸ ਕਨਸਟੇਬਲ ਦੀ ਹੱਤਿਆ ਹੋਈ ਹੈ, ਇੱਕ ਬੰਬ ਧਮਾਕਾ ਹੋਇਆ, ਉਹਦੇ ਸਬੂਤ ਮੇਰੇ ਕੋਲੇ ਹੈਗੇ ਆ। ਬਾਕੀ ਸਾਰੀ ਐਵੀਡੈਂਸ ਜਿਹੜੀ ਹੈਗੀ ਆ ਇਹਦੀ ਕਰਪਸ਼ਨ ਦੀ ਜਿਹੜੀ ਹੈਗੀ ਆ, ਆਲਰੇਡੀ ਇਹਨਾਂ ਦੀ ਫਾਈਲਾਂ ਦੇ ਵਿੱਚ ਹੈਗੀ। ਵਿਜੀਲੈਂਸ ਕੋਲ ਬਥੇਰੀ ਪਹੁੰਚੀ ਹੋਈ ਹੈ। ਮੈਥੋਂ ਚਾਹੀਦੀ ਹੋਊਗੀ ਪਹਿਲਾਂ ਜਿਹੜੀ ਇਹਨਾਂ ਕੋਲ ਪਹੁੰਚੀ ਹੋਈ, ਉਹਦਾ ਹਿਸਾਬ ਕਿਤਾਬ ਤਾਂ ਕਰ ਲੈਣਾ, ਉਹੀ ਬਥੇਰਾ ਹੈ। ਇਹਦੇ ਵਿੱਚ ਤਾਂ ਅਣਗਿਣਤ ਪਈ ਹੈ। ਜੇ ਕਰਪਸ਼ਨ ਦੇ ਵਿੱਚ ਇਹਨੂੰ ਲੈ ਕੇ ਜਾਣਾ ਹੋਵੇ ਤਾਂ 1 ਸਾਲ ਤਾਂ ਜਿਹੜੀ ਇਨਵੈਸਟੀਗੇਸ਼ਨ ਲੱਗ ਜੂਗਾ ਕਰਨ ਵਾਸਤੇ ਵਿਜੀਲੈਂਸ ਨੂੰ, ਜਿਹੜੀ ਸਾਰੀ ਕਰਪਸ਼ਨ ਫੜਨੀ ਹੋਵੇ। ਇਹ ਤਾਂ 2000 ਕਰੋੜ ਦੀ ਗੱਲ ਕਰ ਰਹੇ ਆ। ਇੱਕ ਅਸਿਸਟੈਂਟ ਫੂਡ ਸਪਲਾਈ ਇੰਸਪੈਕਟਰ ਨੇ ਕੱਲ ਵੀਡੀਓ ਬਣਾ ਕੇ ਪਾਤੀ, ਸੁਣੀ ਹੋਣੀ ਹੈ, ਉਹਨੇ ਇਸੇ ਨੂੰ 25000 ਕਰੋੜ ਦੀ ਦੱਸਦਾ ਹੈ, ਤੇ ਮੈਂ ਲੱਖਾਂ ਕਰੋੜ ਦੀ ਗੱਲ ਕਰਦਾ ਵੀ 3-4 ਲੱਖ ਕਰੋੜ ਦੀ ਇਹਨੇ ਕਰਪਸ਼ਨ ਕੀਤੀ ਹੈ। ਤੇ ਐਡੇ ਵੱਡੇ ਫਰੋਲੇ ਫਰੋਲਣ ਵਾਸਤੇ ਤਾਂ ਬਹੁਤ ਸਮੇਂ ਦੀ ਲੋੜ ਹੈ। ਇੱਕ ਵਾਰੀ ਜੇ ਕਿਸੇ ਨੂੰ ਮਤਲਬ ਬਿਮਾਰ ਨਾ ਹੋਵੇ ਤਾਂ ਜ਼ਹਿਰ ਦੀ ਇੱਕ ਗੋਲੀ ਨਾਲ ਵੀ ਮਰ ਜਾਂਦਾ, ਪੂਰੀ ਉਹਨੂੰ ਜਿਹੜੀ ਹੁੰਦੀ ਹੈ ਪੁੜੀ ਖਵਾਉਣ ਦੀ ਲੋੜ ਨਹੀਂ ਪੈਂਦੀ। ਤਾਂ ਇੱਕ ਵਾਰੀ ਇਹਨੂੰ ਜਿਹੜਾ ਹੈਗਾ ਬਣਦਾ ਜ਼ਹਿਰ ਰਿਮਾਂਡ ਦੇ ਦੌਰਾਨ ਜਿਹੜਾ ਦਿੱਤਾ ਜਾ ਸਕਿਆ, ਉਹ ਮੇਰਾ ਖਿਆਲ ਹੈ ਜੇ ਸਰਕਾਰ ਸਿਰਦ ਹੋਈ ਤਾਂ ਫਿਰ ਜ਼ਰੂਰ ਦਿੱਤਾ ਜਾਊਗਾ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਕੋਰਟਾਂ ਦਾ ਕੀ ਰਵੱਈਆ ਰਹਿੰਦਾ ਹੈ, ਸਰਕਾਰ ਦਾ ਕੀ ਰਵੱਈਆ ਰਹਿੰਦਾ ਹੈ, ਗਾਂ ਇਸ ਮੁਹਿੰਮ ਨੂੰ ਕਿੱਧਰ ਲੈ ਕੇ ਜਾਂਦੇ ਆ, ਤੇ ਉਹਦੇ ਮੁਤਾਬਕ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ। ਅੱਜ ਜਿਹੜੀ ਗੱਲਬਾਤ ਹੋਈ ਹੈ ਮੈਂ ਇਹਨੂੰ ਕੁਦਰਤ ਦੇ ਇਨਸਾਫ ਦੇ ਤੌਰ ਤੇ ਦੇਖਦਾ। ਬਹੁਤ ਲੰਬੀ ਇੱਕ ਸੰਘਰਸ਼ ਸੀ, ਉਹਦੀ ਜਿੱਤ ਦੇ ਲੋਕਾਂ ਦੀ ਜਿੱਤ ਹੈ। ਆ ਲੋਕ ਅੱਜ ਸਾਡੇ ਡਿਪਾਰਟਮੈਂਟ ਦੇ ਕੁਛ ਆ ਕੇ ਖੜ ਗਏ ਆ। ਇਸ ਤਰ੍ਹਾਂ ਹੀ ਲੋਕ ਜਾਗਣਗੇ। ਲੋਕ ਸਾਰੇ ਸਤਾਏ ਹੋਏ ਆ। ਤੁਸੀਂ ਲੋਕ ਜਿਹੜੇ ਮੇਰੀ ਇੰਟਰਵਿਊ ਕਰਨ ਆਏ ਹੋ, ਤੁਸੀਂ ਵੀ ਦੁਖੀ ਹੋ। ਜਿਹੜਾ ਬੰਦਾ ਕਿਸੇ ਹੋਰ ਪਾਰਟੀ 'ਚ ਬੈਠਾ ਹੈ, ਕੋਈ ਮੁਲਾਜ਼ਮ ਹੈਗਾ, ਸਿਵਲ ਦਾ ਮੁਲਾਜ਼ਮ ਹੈ, ਹਰ ਇੱਕ ਆਦਮੀ ਇਹਨਾਂ ਤੋਂ ਦੁਖੀ ਹੈ, ਸਿਸਟਮ ਤੋਂ ਦੁਖੀ ਹੈ। ਸਾਡੇ ਹੀ ਪੈਦਾ ਕੀਤੇ ਹੋਏ ਸਾਡੀਆਂ ਇੱਕ ਨਜਾਇਜ਼ ਔਲਾਦਾਂ ਆਉਣ ਵਾਲੇ ਸਮੇਂ 'ਚ ਇਲੈਕਸ਼ਨਾਂ ਦੇ ਵਿੱਚ ਉਂਗਲਾਂ ਦੇ ਨਾਲ ਇਹਨਾਂ ਨੂੰ ਮਿਟਾਵਾਂਗੇ। ਮੈਂ ਅੱਗੇ ਵੀ ਕਿਸੇ ਇੰਟਰਵਿਊ 'ਚ ਕਿਹਾ ਸੀਗਾ, ਇਹ ਕੋਈ ਬਹੁਤੇ ਵੱਡੇ ਨਹੀਂ, ਰੇਤ ਦੇ ਘਰ ਨੇ, ਇਹ ਬਣਾਉਣੇ ਸੌਖੇ ਸੀ, ਢਾਉਣੇ ਹੋਏ ਤਾਂ ਇੱਕ ਫੂਕ ਨਾ ਉੱਡ ਜਾਣੇ ਆ। ਤੇ ਉਹ ਫੂਕਾਂ ਮਾਰਨ ਵਾਸਤੇ ਪੰਜਾਬ ਹੁਣ ਜਾਗਦਾ ਦਿਖਾਈ ਦੇ ਰਿਹਾ। ਅੱਛਾ, ਜਿਸ ਤਰੀਕੇ ਦੇ ਨਾਲ ਉਹ ਆਡੀਓ ਤੁਸੀਂ ਉਸ ਦੁਬਾਰਾ ਫਿਰ ਇੱਕ ਵਾਰੀ ਸੁਣੀ ਹੋਊਗੀ, ਜੋ ਉਸ ਆਡੀਓ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨਾਲ ਦੀ ਆਵਾਜ਼ ਜਿਹੜੀ ਦੇ ਵਿੱਚ ਆਪਾਂ ਸੁਣਦੇ ਨੇ, ਬਹੁਤ ਸਾਰੇ ਲੋਕਾਂ ਨੇ ਇੱਕ ਵਾਰ ਉਸ ਆਡੀਓ ਨੂੰ ਫਿਰ ਵਾਇਰਲ ਕੀਤਾ। ਇੱਥੋਂ ਤੱਕ ਕਿਹਾ ਕਿ ਵੀ ਮਿੱਧਿਆ ਨਾ ਜਾਈ, ਇੱਕ ਇੰਪਲੋਈ ਦਾ ਸਰਕਾਰ ਦੇ ਨਾਲ ਪੰਗਾ ਲੈਣਾ ਜਾਂ ਪੋਲੀਟੀਸ਼ੀਅਨ ਦੇ ਨਾਲ ਪੰਗਾ ਲੈਣਾ ਮਹਿੰਗਾ ਪੈ ਸਕਦਾ ਹੈ। ਪਰ ਸਿਨੈਰੀਓ ਜਿਸ ਤਰੀਕੇ ਦਾ ਹੈਗਾ, ਜੋ ਰਿਐਕਸ਼ਨ ਆਇਆ ਪਹਿਲਾਂ ਲੁਧਿਆਣੇ 'ਚੋਂ, ਕਿਉਂਕਿ ਅਸੀਂ ਲੁਧਿਆਣੇ ਤੱਕ ਸਮਝਦੇ ਸੀ ਇਸ ਮੰਤਰੀ ਨੂੰ, ਪਰ ਜੋ ਰਿਐਕਸ਼ਨ ਆਇਆ ਸਟੇਟ 'ਚੋਂ ਨਹੀਂ ਆਇਆ, ਦੁਨੀਆ 'ਚੋਂ ਆਇਆ। ਠੀਕ ਹੈ, ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਜਰਮਨ, ਜਿੱਥੋਂ ਵੀ ਹੈ ਉੱਥੋਂ ਹਰ ਥਾਂ ਤੋਂ ਜਿਹੜੀ ਹੈਗੀ ਹੈ ਜੋ ਆਵਾਜ਼ ਵੀਡੀਓ ਦੇ ਖਿਲਾਫ ਉੱਠੀ ਹੈ। ਤਾਂ ਹੁਣ ਸਾਨੂੰ ਪਤਾ ਲੱਗਿਆ ਕਿ ਲੋਕ ਕਿੰਨੇ ਔਖੇ ਸੀਗੇ, NRI ਕਿੰਨੇ ਔਖੇ ਨੇ। NRI ਲੋਕ ਜਿਹੜੇ ਹੈਗੇ ਆ ਉਹ ਬੜੇ ਹੀ ਮਾਯੂਸ ਨੇ ਇੱਥੋਂ ਦੇ ਹਾਲਾਤਾਂ ਤੋਂ। ਅਸੀਂ ਲੋਕ ਤਾਂ ਸੰਘਰਸ਼ ਦੇ ਵਿੱਚ ਹੈਗੇ ਆ, ਜਾਂ ਲੋਕ ਨਹੀਂ ਹੈਗੇ ਇੱਥੇ ਬੋਲਦਾ ਕੋਈ ਨਹੀਂ। ਉਹ ਸਮਰੱਥ ਨੇ, ਉਹ ਹਰ ਵਾਰ ਲੁੱਟੀ ਜਾਂਦੇ ਰਹੇ ਹੈ, ਲੁੱਟੀ ਦੇ ਜਾਂਦੇ ਰਹੇ ਹੈ। ਉਹ ਕਦੇ ਕਾਂਗਰਸ ਵਾਲੇ ਉਹਨਾਂ ਕੋਲ ਫੰਡ ਇਕੱਠੇ ਕਰ ਲਿਆਉਂਦੇ ਆ, ਕਦੇ ਅਕਾਲੀ ਕਰ ਲਿਆਉਂਦੇ ਆ, ਕਦੇ ਆਪ ਵਾਲੇ ਕਰ ਲਿਆਉਂਦੇ ਆ, ਤੇ ਆ ਕੇ ਕੰਮ ਇੱਥੇ ਉਹੀ ਕਰਦੇ ਆ। ਤੇ ਮੈਨੂੰ ਵੀ ਹੁਣ ਬੜੇ ਫੋਨ ਆਉਂਦੇ ਆ ਵੀ ਅਸੀਂ ਥੋੜੀ ਮਦਦ ਕਰਨੀ ਚਾਹੁੰਦੇ ਆ। ਮੈਂ ਬੇਨਤੀ ਕੀਤੀ ਸੀ ਵੀ ਸਾਨੂੰ ਪੈਸਿਆਂ ਦੀ ਮਦਦ ਨਹੀਂ ਚਾਹੀਦੀ, ਤੁਹਾਡੇ ਪੈਸੇ ਨੇ ਸਾਡਾ ਬੜਾ ਨੁਕਸਾਨ ਕੀਤਾ, ਅੱਗੇ ਇਹਨਾਂ ਨੇ ਲੁੱਟ ਲਿਆ ਸਾਨੂੰ ਤੁਹਾਡੇ ਪੈਸਿਆਂ ਦੇ ਨਾਲ। ਹੁਣ ਤੁਸੀਂ ਜੇ ਪੈਸਿਆਂ ਦੀ ਵੀ ਸਾਨੂੰ ਲੋੜ ਹੈ, ਇਲੈਕਸ਼ਨ ਵੀ ਸਾਨੂੰ ਲੜਨ ਵਾਸਤੇ ਕੁਝ ਖਰਚਿਆਂ ਦੀ ਲੋੜ ਹੋਊਗੀ, ਪਰ ਤੁਸੀਂ ਉੱਥੇ ਆਰਗੇਨਾਈਜੇਸ਼ਨ ਖੜੀ ਕਰੋ, NRI ਆਪਣੀ ਕਰਨ, ਉਹ ਆ ਜਾਣ ਪੰਜਾਬ ਵਾਸਤੇ, ਕੋਈ ਆਪਣੀ ਟੀਮ ਬਣਾ ਲੈਣ, ਤਾਂ ਹਫ਼ਤੇ 10-10 ਦਿਨ ਦੀ ਸੁਪਰਵਿਜ਼ਨ ਕਰ ਲੈਣ, ਇੱਥੇ ਵੇਖ ਲੈਣ ਕੌਣ ਲੋਕ ਕੰਮ ਕਰ ਰਹੇ ਆ, ਉਹਨਾਂ ਦੀ ਮਦਦ ਕਰਨ, ਆਪਦੀ ਜੇਬ ਦੇ ਵਿੱਚੋਂ ਆਪ
ਨਾਲ ਨਾ ਦੇਣ, ਜੇ ਮੈਨੂੰ ਦੇਣਗੇ ਕੱਲ੍ਹ ਨੂੰ ਤੇ ਮੈਂ ਵੀ ਬੇਈਮਾਨੀ ਹੋਊਂਗਾ ਇੱਥੇ, ਠੀਕ ਹੈ। ਇਹ ਖੂਨ ਮਿੱਟੀ ਜਿਹੜੀ ਹੈਗੀ ਹੈ ਇਹ ਗੰਧਲਾ ਕਰ ਦਿੰਦੀ ਹੈ। ਅਸੀਂ ਬੇਨਤੀ ਕਰਦੇ ਹਾਂ, ਸਾਨੂੰ ਪੈਸਾ ਨਹੀਂ ਚਾਹੀਦਾ, ਨਾ ਦਿਆ ਜੇ ਕਿਤੇ ਸਾਨੂੰ ਵੀ ਨਾ ਮਾੜਾ ਕਰ ਦਿਆ ਜੇ, ਸਾਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ, ਪਰ ਲੋੜ ਵੀ ਹੈਗੀ ਆ। ਤੁਸੀਂ ਆਪ ਆ ਕੇ ਵੇਖੋ, ਆਪ ਆ ਕੇ ਖਰਚੇ ਕਰੋ, ਜਿੱਥੇ ਲੋੜ ਬਣਦੀ ਹੈ ਸਾਡੀ ਮਦਦ ਕਰੋ, ਤਾਂ ਕਿ ਇਸ ਮੁਹਿੰਮ ਨੂੰ ਵੱਡਾ ਕਰਕੇ ਇਹ ਜਿਹੜਾ ਨਿਜ਼ਾਮ ਸਾਡਾ ਇੰਨਾ ਖਰਾਬ ਹੋ ਗਿਆ ਇਹਨੂੰ ਠੀਕ ਕਰਨ ਵਿੱਚ ਕੋਈ ਕੋਸ਼ਿਸ਼ ਕਰੇ। ਸਾਹਿਬ, ਜਿਸ ਤਰੀਕੇ ਦਾ ਸੀਨ ਬਣਿਆ ਸੀਗਾ ਪਹਿਲਾਂ ਚੰਡੀਗੜ੍ਹ ਦੇ ਵਿੱਚ ਜਾ ਕੇ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਸਾਰੀ ਕਾਂਗਰਸ ਪਾਰਟੀ ਪ੍ਰਧਾਨ ਸਾਹਿਬ ਸਾਰੇ ਦਿੱਗਜ ਲੀਡਰ ਕਾਂਗਰਸ ਦੇ ਜਾ ਕੇ ਉੱਥੇ ਪ੍ਰੋਟੈਸਟ ਕਰਦੇ ਨੇ, ਉੱਥੇ ਜਾ ਕੇ ਕਹਿੰਦੇ ਨੇ ਵੀ ਆ ਜਾਓ ਫੜ ਲਓ ਸਾਨੂੰ ਆ ਕੇ, ਪਰ ਸ਼ਾਮ ਨੂੰ ਜਿਸ ਤਰੀਕੇ ਨਾਲ ਗ੍ਰਿਫਤਾਰੀ ਹੁੰਦੀ ਹੈ ਰਵਨੀਤ ਬਿੱਟੂ ਹੁਣੀ ਵਿਰੋਧ ਕਰਦੇ ਉੱਥੇ ਦਿਖਾਈ ਦਿੰਦੇ ਨੇ। ਕੀ ਲੱਗਦਾ ਹੈ ਕਾਂਗਰਸ ਇਕਜੁੱਟ ਹੈਗੀ ਹੈ ਜਾਂ ਫਿਰ ਇਹ ਗਾਜ ਇੱਕ ਦੂਜੇ ਨੂੰ ਕਹਿੰਦੇ ਵੀ ਜਿਹੜਾ ਜਾਂਦਾ ਜਾਣ ਦੇ? ਇਹ ਲੁੱਟਣ ਵਿੱਚ ਪੂਰੇ ਇਕਜੁੱਟ ਸੀਗੇ। ਜਦੋਂ ਇਹ ਲੁੱਟ ਮੱਚੀ ਹੈ ਨਾ ਉਹਦੇ ਉੱਤੇ ਉਦੋਂ ਇਹ ਪੂਰੇ ਦੇ ਪੂਰੇ ਇਕਜੁੱਟ ਸੀਗੇ, ਤੇ ਕੋਈ ਇਹਨਾਂ ਨੂੰ ਚਿੰਤਾ ਨਹੀਂ ਸੀ ਵੀ, ਕਿਉਂਕਿ ਪਤਾ ਅਕਾਲੀ ਕਾਂਗਰਸੀਆਂ ਦਾ ਫਿਕਸ ਮੈਚ ਚੱਲਦਾ ਹੀ ਸੀਗਾ, ਇੱਕੋ ਹੀ ਗੇਮ ਇਹਨਾਂ ਦੀ। ਇਹਨੂੰ ਪਤਾ ਨਹੀਂ ਸੀ ਆਪ ਵਾਲੇ ਕੋਈ ਬਹੁਤੇ ਚੰਗੇ ਨਹੀਂ ਕਿ ਬਸ ਸੌ ਪਰ ਉਹ ਨਵੇਂ ਹੈ, ਉਹਨਾਂ ਨੂੰ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਕਰਨੀਆਂ ਪੈ ਰਹੀਆਂ, ਜੇ ਨਹੀਂ ਕਰਨਗੇ ਤਾਂ ਲੋਕ ਐਕਸੈਪਟ ਨਹੀਂ ਕਰਨਗੇ। ਅੱਜ ਇਹਨਾਂ ਨੇ ਆਹ ਗੱਲ ਕੀਤੀ ਹੈ ਤਾਂ ਪਹਿਲੀ ਵਾਰੀ ਚੰਗਾ ਕਹਿਣ ਲੱਗੇ ਆ, ਨਹੀਂ ਤਾਂ ਹੁਣ ਤੱਕ ਇਹਨਾਂ ਨੇ ਕੋਈ ਸਟੈਪ ਚੰਗਾ ਨਹੀਂ ਲਿਆ ਸੀ, ਪਰ ਇਹ ਇਹਨਾਂ ਦੀ ਮਜਬੂਰੀ ਹੈ, ਇਹਨਾਂ ਨੂੰ ਕਰਨਾ ਪਊਗਾ। ਨਹੀਂ ਤਾਂ ਸੰਗਰੂਰ ਦੇ ਇਲੈਕਸ਼ਨ ਵਿੱਚ ਹੀ ਲੋਕਾਂ ਨੇ ਦੱਸਤਾ ਸੀ ਵੀ ਤੁਸੀਂ ਕਿੱਥੇ ਖੜੇ ਹੋ। ਅੱਜ ਸਿਮਰਜੀਤ ਸਿੰਘ ਮਾਨ ਦੁਬਾਰਾ ਇਲੈਕਸ਼ਨ ਖੜ ਲਏ, ਜ਼ਮਾਨਤ ਜ਼ਬਤ ਨਾ ਹੋਵੇ ਤਾਂ ਮੈਨੂੰ ਕਹਿ ਦਿਆ ਜੀ, ਠੀਕ ਹੈ। ਇਹਨੂੰ ਜਿਤਾਇਆ ਸੀ ਨਾ ਲੋਕਾਂ ਦਾ, ਟ੍ਰੈਂਡ ਆਇਆ ਸਾਡਿਆਂ ਦਾ, ਜਾਗੇ ਹੋਏ ਲੋਕ ਸੀ, ਕੋਈ ਐਸੀ ਗੱਲ ਨਹੀਂ। ਇਹ ਇਕੱਠੇ ਆ ਸਾਰੀ ਲੁੱਟ ਦੇ ਵਿੱਚ, ਜਦੋਂ ਫਸਦਾ ਉਹ ਕਹਿੰਦੇ ਹੁੰਦੇ ਵੀ ਜਦੋਂ ਅੱਗ ਦਾ ਸੇਕ ਲੱਗਦਾ ਤਾਂ ਬਿੱਲੀ ਵੀ ਬੱਚਿਆਂ ਨੂੰ ਪੈਰਾਂ ਥੱਲੇ ਲੈ ਲੈਂਦੀ ਹੈ। ਇਹ ਹੁਣ ਉਹ ਕਰ ਰਹੇ ਆ, ਇਹ ਜਿਹੜਾ ਪ੍ਰੋਟੈਸਟ ਕਰ ਰਹੇ ਆ ਇਸ ਪਿੱਛੇ ਕਰ ਰਹੇ ਆ ਕਿਉਂਕਿ ਕੱਲ੍ਹ ਨੂੰ ਉਹਨੂੰ ਪਤਾ ਹੈ ਰस्से ਸਾਡੇ ਗਲ 'ਚ ਪੈਣੇ ਆ। ਇਹ ਕਰਕੇ ਆਸ਼ੂ ਦਾ ਕੋਈ ਹਮਦਰਦ ਨਹੀਂ, ਆਸ਼ੂ ਨੇ ਤਾਂ ਕਦੇ ਕਿਸੇ ਨੂੰ ਮਿੱਤਰ ਬਣਾਇਆ ਹੀ ਨਹੀਂ ਹੈਗਾ, ਉਹਨੂੰ ਤਾਂ ਪੈਸਾ ਹੀ ਚਾਹੀਦਾ ਸੀਗਾ। ਅੱਜ ਵੇਖਦੇ ਆ ਪੈਸਾ ਕਿੰਨਾ ਕੁ ਕੰਮ ਆਊਗਾ। ਇੰਟਰਨਲ ਗੇਮ ਵੀ ਚੱਲ ਰਹੀ ਹੈ ਕਾਂਗਰਸ ਦੇ ਵਿੱਚ, ਇੱਕ ਦੂਜੇ ਨੂੰ ਬਿਲਕੁਲ ਬਿਲਕੁਲ ਮੈਦਾਨ ਖਾਲੀ ਪਿਆ। ਕੈਪਟਨ ਅਮਰਿੰਦਰ ਸਿੰਘ ਖਤਮ ਹੋ ਕੇ ਬੀਜੇਪੀ 'ਚ ਵੜ ਗਿਆ, ਉੱਥੇ ਮਰ ਜਾਊਗਾ ਜਿਹੜਾ ਬਾਕੀ ਰਹਿੰਦਾ। ਮੌਤ ਇਹਨੂੰ ਵੈਸੇ ਤਾਂ ਆਉਂਦੀ ਨਹੀਂ, ਪੋਲੀਟੀਕਲੀ ਮਰਨਗੇ ਇਹ, ਠੀਕ ਹੈ। ਅਦਰਵਾਈਜ਼ ਇਸ ਟਾਈਮ ਨਵੀਂ ਲੀਡਰਸ਼ਿਪ ਦੀ ਉੱਥੇ ਵੀ ਲੋੜ ਹੈ। ਕਿ ਜਿਹੜਾ ਰਾਜਾ ਵੜਿੰਗ ਬਣਾਇਆ ਸੀਗਾ ਇਹ ਦਰਜੀ ਚੋਰ ਹੈਗਾ, ਦਰਜੀਆਂ ਦੇ ਤਾਂ ਪੈਸੇ ਨਹੀਂ ਦਿੰਦਾ, ਬੱਸਾਂ ਦੀਆਂ ਬਾਡੀਆਂ ਦੀਆਂ ਡਕੈਤੀਆਂ ਮਾਰੀਆਂ ਹੋਏ ਨੇ, ਜਵਾਕਾਂ ਦੀਆਂ ਤੜਾਗੀਆਂ ਬੰਨ੍ਹਦਾ ਫਿਰਦਾ ਸੀਗਾ। ਇੱਕ ਥਾਂ 'ਤੇ ਕਹੀ ਜਾਂਦਾ ਸੀਗਾ ਗਰੀਬਾਂ ਦੀ, ਇੱਕ ਲੇਡੀ ਨੂੰ ਕਹੇ ਸੀ ਜੇ ਤੁਹਾਡੇ ਬੱਚੇ ਪੜ੍ਹ ਕੇ ਸਾਨੂੰ ਵੋਟ ਕੌਣ ਪਾਊਗਾ। ਆਹ ਦਾ ਕਰੈਕਟਰ ਹੈ, ਘਟੀਆ ਤਾਂ ਇਹ ਲੋਕ ਨੇ। ਇਸ ਕਰਕੇ ਨਵੀਂ ਲੀਡਰਸ਼ਿਪ ਦੀ ਲੋੜ ਹੈ। ਇਹਦੇ ਵਿੱਚ ਜਿਹੜੀਆਂ ਹੁਣ ਗੇਮਾਂ ਚੱਲ ਰਹੀਆਂ, ਕੈਪਟਨ ਸੰਦੀਪ ਸੰਧੂ ਜਿਹੜਾ ਮਜੀਠੀਏ ਦਾ ਉੱਤਰਾਧਿਕਾਰੀ, ਉਹਨੂੰ ਮੈਂ ਹੁਣ ਨਵਾਂ ਨਾਮ ਦੇਵਾਂਗਾ, ਮਜੀਠੀਏ ਦਾ ਉੱਤਰਾਧਿਕਾਰੀ। ਜਿਹੜਾ ਡਰੱਗ ਦਾ ਧੰਦਾ ਮਜੀਠੀਏ ਨੇ ਸ਼ੁਰੂ ਕੀਤਾ ਸੀ 2006 'ਚ, ਉਹ 2017 ਵਿੱਚ ਇਹਨੂੰ ਆਪਣਾ ਉੱਤਰਾਧਿਕਾਰ ਤੌਰ 'ਤੇ ਸੌਂਪ ਗਿਆ ਸੀਗਾ, ਜਿਹਦੇ ਸਬੂਤ ਜਿਹੜੇ ਹੈਗੇ ਆ ਵਿਜੀਲੈਂਸ ਦੀਆਂ ਫਾਈਲਾਂ 'ਚ ਹੈ, ਆਉਣ ਵਾਲੇ ਟਾਈਮ 'ਚ ਕੱਢਣਗੇ। ਇਹ ਵੀ ਆਪਣੇ ਉਸੇ ਰਸਤੇ ਜਾਊਗਾ, ਪਰ ਉਹ ਕੋਸ਼ਿਸ਼ ਕਰ ਰਿਹਾ ਪਿੱਛੇ ਪਾਸਿਓਂ ਗੇਮ ਖੇਡ ਗਿਆ, ਕਿਉਂਕਿ ਪੈਸਾ ਬਹੁਤ ਉਹਦੇ ਕੋਲੇ। ਉਹ ਸਾਰਾ ਜਿਹੜਾ ਪ੍ਰੋਟੈਸਟ ਵਿਜੀਲੈਂਸ ਦਾ ਸੀਗਾ ਉਹ ਵੀ ਉਹਦੀ ਪਲਾਨ ਸੀਗਾ, ਉਹ 'ਚ ਆਸ਼ੂ ਵੀ ਮਰਵਾਤਾ ਇਹਨਾਂ ਨੇ ਆਪਣਾ। ਇਹ ਵੀ ਟਾਰਗੇਟ ਕਰਾ ਦੇ ਰਾਜੇ ਵੜਿੰਗ ਕੋਲ, ਆਪ ਉਹ ਕਿਤੇ ਦਿਖਾਈ ਨਹੀਂ ਦਿੰਦਾ, ਪਰ ਸਾਨੂੰ ਦੱਸਦਾ, ਠੀਕ ਹੈ। ਇਹ ਸੰਦੀਪ ਸੰਧੂ ਨੂੰ ਸੁਣਿਆ ਭੁਲੇਖੇ ਨਾਲ ਰਹੀ, ਕੁਝ ਲੋਕ ਇੱਥੇ ਬੈਠੇ ਨੂੰ ਵੀ ਦੇਖਦੇ ਏਡੀਆਂ ਲੁਕੀਆਂ ਖੇਡਾਂ ਖੇਡਦੇ ਆ, ਬਣਨ ਤੈਨੂੰ ਵੀ ਕੁਝ ਨਹੀਂ ਦੇਣਾ, ਜੇਲ੍ਹ ਤੈਨੂੰ ਵੀ ਭੇਜਣਾ। ਅੱਛਾ, ਭਗਵੰਤ ਮਾਨ ਹੋਰਾਂ ਨੂੰ ਕਿਵੇਂ ਦੇਖਦੇ ਹੋ, ਸਰਕਾਰ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਸਪੈਸ਼ਲੀ ਤੁਹਾਡਾ ਜ਼ਿਕਰ ਵੀ ਉਸ ਦਿਨ ਉਹਨਾਂ ਨੇ ਕੀਤਾ ਵੀ ਡੀਐਸਪੀ ਸਾਹਿਬ ਦੇ ਨਾਲ ਧੱਕਾ ਇਸ ਤਰੀਕੇ ਦੇ ਨਾਲ ਹੋਇਆ ਸੀਗਾ, ਡੀਓ ਮੈਡਮ ਦੇ ਨਾਲ ਧੱਕਾ ਹੋਇਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਰਵੱਈਆ ਕੀ ਸੀ, ਔਰ ਅੱਜ ਜੋ ਸਿਨੈਰੀਓ ਬਣਿਆ ਪਿਆ, ਅੱਜ ਉਸ ਰਵੱਈਏ ਨੂੰ ਕਿਵੇਂ ਦੇਖਦੇ? ਇਹ ਜ਼ਿਕਰ ਜਿਹੜੇ ਕੀਤੇ ਜਾਂਦੇ ਹੁੰਦੇ ਨਾ, ਇਹ ਪੋਲੀਟੀਕਲ ਇੰਜੈਕਸ਼ਨ ਹੁੰਦੇ ਆ, ਇਹ ਲਾ ਕੇ ਵੇਖੇ ਜਾਂਦੇ ਆ ਵੀ ਕੀ ਰਿਐਕਸ਼ਨ ਹੁੰਦਾ ਹੈ। ਮੈਨੂੰ ਨਹੀਂ ਕੋਈ ਇਹੋ ਜਿਹੇ ਜ਼ਿਕਰਾਂ ਦਾ ਵਹਿਮ ਹੈਗਾ। ਬੜੀ ਦੁਨੀਆ ਇੱਥੇ ਕਈ ਫਿਰਦੀ ਬੱਲੇ ਬੱਲੇ ਜੀ, ਭਗਵੰਤ ਮਾਨ ਨੇ ਨਾਮ ਲੈਤਾ ਥੋੜਾ, ਕੀ ਭਗਵੰਤ ਮਾਨ ਨੇ ਨਾਮ ਲੈਤਾ? ਗੱਲ ਤਾਂ ਇਹ ਜਿਹੜੀ ਹੈਗੀ ਹੈ, ਸਾਰਾ ਹੁਕਮ ਤਾਂ ਦਿੱਲੀੋਂ ਲੈਂਦਾ। ਆਪਦਾ ਕਰੈਕਟਰ ਨੇ ਉਹ ਕੈਪਟਨ ਤੇ ਅਰੂਸਾ ਵਾਲੇ ਨੂੰ ਵੀ ਖਤਮ ਕਰਕੇ ਉੱਪਰ ਦੀ ਟੱਪ ਗਿਆ। ਇਹੋ ਜਿਹਾ ਬੰਦਾ ਮੇਰਾ ਨਾਮ ਲਾਉਂਦਾ ਮੈਨੂੰ ਸ਼ਰਮ ਆਉਂਦੀ ਹੈ। ਮੈਂ ਕੋਈ ਮਾਣ ਮਹਿਸੂਸ ਥੋੜਾ ਕਰਦਾ ਜੇ CMO ਦੇ ਮੱਥੇ 'ਚ ਲਿਖਿਆ ਸੀ ਬਣ ਗਿਆ। ਜੇ ਇਹਨਾਂ ਨੇ ਕੁਝ ਕਰਨਾ ਹੈ, ਜੇ ਮੇਰਾ ਬਕਾਇਆ ਬੈਠਾ ਹੈ, ਸਭ ਕੁਝ ਹੈ, ਉਹ ਸਰਕਾਰ ਹੈ, ਉਹਨੇ ਦੇਣਾ। ਇਹ ਕਹਿੰਦੇ ਮੰਗਣ ਆਵੇ, ਮੰਗਣ ਨਹੀਂ ਬਲਵਿੰਦਰ ਸਿੰਘ ਕਹਿੰਦਾ, ਮੰਗਣਾ ਤਾਂ ਫਿਰ ਉਹ ਮਾੜੇ ਸੀ। ਇਸ ਕਰਕੇ ਇਹਨਾਂ ਦੀ ਹਿੱਕ ਤੇ ਜ਼ੋਰ ਦੇ ਕੇ ਇੱਕ ਦੇ ਹਿੱਕ ਤੇ ਬੈਠ ਕੇ ਆਪਦੇ ਹੱਕ ਲਵਾਂਗੇ। ਇਹ ਨਹੀਂ ਦੇਣਗੇ ਤਾਂ ਕੋਰਟ ਤੇ ਲਵਾਂਗੇ, ਕੋਰਟ ਦੀ ਵੀ ਹਿੱਕ ਤੇ ਬੈਠ ਕੇ ਲਾਂਗੇ। ਮੈਨੂੰ ਪਤਾ ਕੋਰਟਾਂ ਵੀ ਵਿਕਾਊ ਤੇ ਘਟੀਆ ਲੋਕਾਂ ਨਾਲ ਭਰੀਆਂ ਹੋਈਆਂ, ਸਾਨੂੰ ਕਿਸੇ ਤੋਂ ਚਾਹੀਦਾ ਕੁਝ ਨਹੀਂ, ਪਰ ਅਸੀਂ ਆਪਣੇ ਹੱਕ ਛੱਡਣੇ ਨਹੀਂ। ਅੱਛਾ, ਕਾਂਗਰਸ ਦੇ ਜਿਸ ਤਰੀਕੇ ਦੇ ਨਾਲ ਮੰਤਰੀਆਂ ਦੇ ਜਿਹੜੇ ਲੀਡਰ ਸੀਗੇ ਉਸ ਸਮੇਂ ਤੇ ਉਹਨਾਂ ਦੇ ਲਗਾਤਾਰ ਨੰਬਰ ਲੱਗ ਰਹੇ ਨੇ, ਧਰਮਸੋਤ ਹੋਣੀ ਗਏ, ਗਿਲਜੀਆਂ ਹੋਣਾ ਦੇ ਉੱਤੇ ਪਰਚਾ ਦਰਜ ਹੋਇਆ, ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਅੰਦਰ ਜਾਂਦੇ ਨੇ। ਅੱਗੇ ਲੱਗ ਰਿਹਾ ਤੁਹਾਡੀ ਆਪਣੀ ਜਿਹੜੀ ਇੰਟਰਨਲ ਜਿਹੜੀ ਅਸੈਸਮੈਂਟ ਹੈ ਕੀ ਕਹਿ ਰਹੀ ਹੈ, ਅੱਗੇ ਨੰਬਰ ਹੈਗਾ ਹੋਰ ਆ ਸਕਦੇ ਰਡਾਰ ਤੇ ਸਰਕਾਰ ਦੀ? ਜਾਣਕਾਰੀ ਹੈ ਜੀ, ਮੇਰੀ ਕੋਈ ਅਸੈਸਮੈਂਟ ਨਹੀਂ ਹੈਗੀ, ਜਾਣਕਾਰੀ ਹੈ। 133 ਬੰਦਿਆਂ ਦੀ ਜਿਹਨਾਂ ਨੇ ਮਨਜ਼ੂਰੀ ਮੰਗੀ ਸੀ ਮੁਕੱਦਮਾ ਚਲਾਉਣ ਵਾਸਤੇ। ਆ ਸਾਰੇ ਨਾਮ ਜਿਹੜੇ ਤੁਹਾਨੂੰ ਮੈਂ ਲੈ ਕੇ ਹਟਿਆ ਇਹਨਾਂ ਦੇ ਵਿੱਚ ਹੈਗੇ ਆ, ਵੱਡੇ ਵੱਡੇ ਅਫਸਰ ਵਿੱਚ ਹੈਗੇ ਆ। ਇਹ ਹੁਣ ਇਹਦੀ ਮਤਲਬ ਜਿਹੜੀ ਹੈਗੀ ਹੈ ਭਗਵੰਤ ਮਾਨ ਤੇ ਗੱਲ ਖੜੀ ਹੈ ਨਾ, ਸੈਂਕਸ਼ਨ ਇਹਨਾਂ ਨੇ ਦੇਣੀ ਹੈ। ਇਹਨਾਂ ਵਾਸਤੇ ਕੁਝ ਕਾਰਵਾਈ ਕਰਨੀ ਤਾਂ ਸੈਂਕਸ਼ਨ ਚਾਹੀਦੀ ਹੈ। ਤੁਹਾਡੇ ਤੇ ਪਰਚਾ ਦੇਣਾ ਹੋਵੇ, ਮੇਰੇ ਤੇ ਦੇਣਾ ਹੋਵੇ, ਤਾਂ ਮੈਨੂੰ ਤਾਂ ਸੈਂਕਸ਼ਨ ਛੱਡ ਕੇ ਇਨਕੁਆਇਰੀ ਦੀ ਵੀ ਲੋੜ ਨਹੀਂ, ਐਕਸਪਰਟੀ ਕਰਕੇ ਡਿਸਮਿਸ ਕਰਤਾ। ਸੋ ਇਹਨਾਂ ਚੀਜ਼ਾਂ ਤੇ ਵੀ ਆਉਣ ਵਾਲੇ ਸਮੇਂ 'ਚ ਲੜਾਂਗੇ, ਹਿਸਾਬ ਲਵਾਂਗੇ। ਪਰ ਜਿਹੜਾ ਇਹਨਾਂ ਦਾ
ਜਿਹੜਾ ਦਿਖਾਈ ਦਿੰਦੀ ਜੀ ਚੀਜ਼ ਹੈ ਉਹ ਇਹ ਲੱਗਦਾ ਕਿ ਇਸ ਪਾਸੇ ਤੁਰਨਗੇ ਹੁਣ ਇਹ ਬਿਲਕੁਲ ਅਥੈਂਟਿਕ ਰਿਪੋਰਟ ਹੈ। ਇਹ ਵਿਜੀਲੈਂਸ ਦੀਆਂ ਰਿਪੋਰਟਾਂ ਦੇ ਵਿੱਚੋਂ ਇਹ ਸੈਂਕਸ਼ਨ ਗਈ ਹੋਈ ਹੈ। ਉਹਨਾਂ ਨੇ ਮੰਗਿਆ ਹੋਇਆ ਕਿ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਨੀ। ਮੈਂ ਭੁੱਲ ਨਾ ਜਾਵਾਂ ਅਕਾਲੀਆਂ ਦਾ ਨਾਮ ਲੈ ਕੇ ਅੱਜ ਕੱਲ੍ਹ ਕਾਂਗਰਸ ਦਾ ਤਵਾ ਬਹੁਤ ਲੱਗ ਰਿਹਾ ਨਾ ਤੇ ਅਕਾਲੀ ਪਿੱਛੇ ਲੁਕੇ ਬੈਠੇ ਆ। ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਦੋ ਇਹੋ ਜਿਹੇ ਘਟੀਆ ਕਰਪਟ ਚਿਹਰੇ ਆ, ਜਿਹੜਾ ਇੱਕ ਲੁਧਿਆਣੇ ਜੀ ਬੈਠਾ ਇੱਕ ਫਿਰੋਜ਼ਪੁਰ ਦਾ ਹੈਗਾ। ਇਹ ਦੋ ਬੰਦੇ ਇਰੀਗੇਸ਼ਨ ਸਕੈਮ ਦੇ ਵਿੱਚ ਬੇਹੱਦ ਲੋੜੀਦੇ ਆ। ਅੱਜੇ ਜੇਲ੍ਹ 'ਚ ਫੜ ਕੇ ਕੱਲ੍ਹ ਨੂੰ ਅੰਦਰ ਦੇਣੇ ਬਣਦੇ ਆ ਜੇ ਸਰਕਾਰ ਇਹ ਨਹੀਂ ਕਰੂਗੀ। ਮਜੀਠੀਆ ਸੌਰੀ ਇਹਦੇ ਤੇ ਰਵਨੀਤ ਬਿੱਟੂ ਤੇ ਆਹ ਪਰਚਾ ਜਿਹੜਾ ਇਹਨੇ ਪੁਲਿਸ ਦੇ ਕੰਮ 'ਚ ਦਖਲਅੰਦਾਜ਼ੀ ਤੇ ਜੇ ਸਿੰਚਾਈ ਸਕੀਮ ਦੇ ਜਿਹੜਾ ਘਟਾਲਾ ਉਹਨੂੰ ਚੁੱਪ ਕਰਕੇ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਤੇ ਇਹਦੇ ਖਿਲਾਫ ਆਉਣ ਵਾਲੇ ਸਮੇਂ 'ਚ ਪੂਰਾ ਸੰਘਰਸ਼ ਵਿੱਢ ਕੇ ਜਿੱਥੇ ਸੰਦੀਪ ਸੰਧੂ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕਰਨੀ ਹੈ, ਇਹਨਾਂ ਲੋਕਾਂ ਦੇ ਖਿਲਾਫ ਵੀ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਟਿਕਾਣੇ ਤੇ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਆਖਰੀ ਸਵਾਲ ਹੋਊਗਾ ਸੇਖੋਂ ਸਾਹਿਬ, ਅੱਜ ਵੀ ਤੁਹਾਡੇ ਕੋਲ ਤੁਹਾਡੇ ਮਹਿਕਮੇ ਦੇ ਮੁਲਾਜ਼ਮ ਆਏ ਨੇ, ਇਹਨਾਂ ਦਾ ਕੀ ਇਹਨਾਂ ਨਾਲ ਵੀ ਕੋਈ ਧੱਕਾ ਹੋਇਆ ਆ ਕੇ ਦੱਸੀ ਹੋਊਗਾ? ਹਾਂਜੀ ਕੋਈ ਇਹ ਤਾਂ ਥੋੜੇ ਖੜੇ 20-25 ਬੰਦੇ ਹੀ ਆ ਇੱਥੇ ਤੇ ਇਹ ਜਿਹੇ ਤਾਂ ਮਤਲਬ ਹਜ਼ਾਰਾਂ ਨੇ, ਸੈਂਕੜੇ ਨਹੀਂ ਮੈਂ ਕਹਿੰਦਾ, ਠੀਕ ਹੈ 5-4 ਹਜ਼ਾਰ ਮੁਲਾਜ਼ਮ ਇਹੋ ਜਿਹਾ ਹੋਊਗਾ ਜਿਹੜਾ ਇਸ ਤਰ੍ਹਾਂ ਮੁਲਾਜ਼ਮ ਅਫਸਰਾਂ ਦਾ ਸ਼ਿਕਾਰ ਹੋਇਆ ਹੋਇਆ। ਉਹ ਅਫਸਰਾਂ ਦੇ ਸ਼ਿਕਾਰ ਜਿਹੜੇ ਅਫਸਰ ਕੌਣ ਨੇ? ਅਫਸਰ ਸਾਡਾ ਉਹ ਹੈ ਜਿਹੜੇ ਗੁਲਾਮੀ ਕਰਦੇ ਆ ਬਿਊਰੋਕਰੇਟ ਦੀ ਤੇ ਪੋਲੀਟੀਸ਼ੀਅਨ ਦੀ। ਉਹ ਫਿਰ ਗਾਂ ਲੋੜ ਪੈਣ ਤੇ ਇਹੋ ਜਿਹਾ ਨੂੰ ਮਾਰਦੇ ਆ ਤਾਂ ਕਿ ਲੋੜ ਪੈਣ ਤੇ ਦੂਜਿਆਂ ਨੂੰ ਡਰਾਇਆ ਜਾ ਸਕੇ। ਇਹ ਸ਼ਿਕਾਰ ਨੇ ਸਾਡੇ, ਠੀਕ ਹੈ। ਇਹਨਾਂ 'ਚ ਨੁਕਸ ਕੋਈ ਨਹੀਂ ਹੈਗੇ, ਮੈਂ ਵੀ ਸ਼ਿਕਾਰ ਹਾਂ। ਮੈਂ ਕਹਿੰਦਾ ਉਹਨਾਂ ਕਾਂਸਟੇਬਲ ਤੋਂ ਲੈ ਕੇ DSP ਲੈਵਲ ਇਹਨਾਂ ਨੇ ਇਸ ਪਿੱਛੇ ਰੱਖਿਆ ਕਿ ਸ਼ਿਕਾਰ ਖੇਡੋ, ਇਹਨਾਂ ਨੂੰ ਡਰਾ ਕੇ ਰੱਖੋ ਤਾਂ ਕਿ ਦੂਜੇ ਜਿਹੜੇ ਇਹਨਾਂ ਦੀ ਗੁਲਾਮੀ ਕਰਦੇ ਰਹਿਣ। ਪਰ ਇਹ ਲੋਕ ਜਾਗਣਗੇ ਜਿਹੜੇ ਵਿੱਚ ਡਿਪਾਰਟਮੈਂਟ 'ਚ ਵੀ ਕੰਮ ਕਰਦੇ। ਮੈਂ ਇਹ ਨਹੀਂ ਕਹਿੰਦਾ ਕਿ ਮਹਿਕਮਾ ਡਿਸਪਲਿਨ ਤੋੜੇ, ਪਰ ਮਹਿਕਮਾ ਜਿਹੜਾ ਹੈਗਾ ਅਬ ਜਾਗ ਵੀ ਜਾਵੇ। ਮਹਿਕਮਾ ਇੱਕ ਸਿਟੀਜ਼ਨ ਵੀ ਹੈਗਾ, ਮਹਿਕਮਾ ਇੱਕ ਆਪਣੇ ਬਾਲ ਬੱਚੇ ਵੀ ਪੈਦਾ ਕਰਕੇ ਇੱਥੇ ਪਾਲ ਰਿਹਾ। ਮਹਿਕਮਾ ਇਕੱਲਾ ਪੁਲਿਸ ਦੀ ਨੌਕਰੀ ਨਹੀਂ ਕਰਦਾ। ਇਸ ਕਰਕੇ ਜਾ ਕੇ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਵੀ ਆਉਣ ਵਾਲੇ ਸਮੇਂ ਚਾਹੀਦਾ ਕਿ ਆਪਣੀ ਡਿਊਟੀ ਜਾਗਰੂਕ ਹੋ ਕੇ ਗੁਲਾਮੀ ਤੋਂ ਪਾਸੇ ਜਾਇਜ਼ ਕਰਨ, ਜਿਵੇਂ ਹੁਣ ਵਿਜੀਲੈਂਸ ਕਰ ਰਹੀ ਹੈ। ਹਾਲਾਂਕਿ ਕਰਵਾਈ ਜਾ ਰਹੀ ਹੈ, ਪੋਲੀਟੀਸ਼ੀਅਨ ਹੀ ਕਰਵਾ ਰਿਹਾ, ਪਰ ਉਦੋਂ ਉਹਨਾਂ ਨੂੰ ਚੰਗਾ ਕਹਿ ਰਹੇ। ਅੱਜ ਭਗਵੰਤ ਮਾਨ ਨੂੰ ਕਿਉਂ ਕੁਛ ਲਫ਼ਜ਼ ਮੇਰੇ ਮੂੰਹ ਚੰਗੇ ਨਿਕਲ ਰਹੇ ਕਿ ਇਸ ਬੰਦੇ ਨੂੰ ਅੰਦਰ ਫੜਨ ਦੀ ਜ਼ਰੂਰਤ ਵਿਖਾਈ, ਉਹ ਪੁਲਿਸ ਨੇ ਨਹੀਂ ਵਿਖਾਈ, ਉਹ ਸਰਕਾਰ ਤੋਂ ਹੀ ਆਈ ਹੈ। ਪਰ ਉਹ ਜ਼ਰੂਰਤ ਕਿੰਨਾ ਚਿਰ ਰਹਿੰਦੀ ਹੈ? ਰਾਘਵ ਚੱਡੇ ਵਰਗੇ ਟੈਚੀਆਂ ਨੂੰ ਮਤਲਬ ਕਿੰਨਾ ਚਿਰ ਹੋਰ ਗਾਂ ਜਿੰਦੇ ਖੋਲ੍ਹਦੇ ਲੱਗਦੇ ਕਰਦੇ ਆ, ਉੱਥੇ ਦੀ ਵੀ ਨਿਰਭਰ ਕਰਦੀ ਹੈ। ਜੇ ਕੱਲ੍ਹ ਨੂੰ ਪੈਸੇ ਲੈ ਕੇ ਆਇਆ ਤਾਂ ਲੱਖਾਂ ਕਰੋੜ ਇਹਨਾਂ ਕੋਲ, ਤੇ ਉਹ ਪੈਸੇ ਲੈ ਕੇ ਜੇ ਇਹਨਾਂ ਨੇ ਕੱਲ੍ਹ ਨੂੰ ਇਹਨਾਂ ਦੀਆਂ ਫਿਰਵ ਕਰਨੀਆਂ ਹੋਣ, ਫੇਵਰਾਂ ਦੇਣੀਆਂ ਹੋਣੀਆਂ। ਅਸੀਂ ਬੈਠੇ ਹਾਂ ਜੀ, ਇਸ ਦਾ ਵਾਚ ਡੌਗ ਹੈ। ਵਾਚ ਡੌਗ ਉਹ ਕੁੱਤੇ ਭੌਂਕਣ ਵਾਸਤੇ ਬਾਹਰ ਆ ਗਏ ਆ, ਜਿਨ੍ਹਾਂ ਦੇ ਮੂੰਹ ਤਾਂ ਬੰਦ ਕੀਤੇ ਜਾ ਨਹੀਂ ਸਕਦੇ। ਨਾ ਅਸੀਂ ਮਿੱਠੀ ਰੋਟੀ ਖਾਂਦੇ ਹਾਂ, ਨਾ ਇਹਨਾਂ ਦੇ ਕਿਸੇ ਹੋਰ ਗੱਲ ਚਾਹੁੰਦੇ ਹਾਂ। ਮਤਲਬ ਮਾਰਨ ਦੀ ਇਹਨਾਂ ਕੋਲ ਸਮਰੱਥਾ ਹੁਣ ਤੱਕ ਤਾਂ ਹੈ ਨਹੀਂ ਗੀ। ਜੇ ਹੋਊ ਤਾਂ ਵੇਖੋ, ਜੋ ਪਰਮਾਤਮਾ ਨੇ ਵੈਸੇ ਵੀ ਲੈ ਜਾਣਾ, ਪਰ ਅਸੀਂ ਜਿੰਨਾ ਚਿਰ ਜਿਉਂਦੇ ਇਸ ਲੜਾਈ ਨੂੰ ਜਾਰੀ ਇਸੇ ਤਰੀਕੇ ਨਾਲ ਚੱਲਦੀ ਰਹੂਗੀ। ਸਰਕਾਰ ਸਬੂਤ ਮੰਗੇ ਨਾ ਮੰਗੇ ਹਾਈ ਕੋਰਟ ਜਾਓਗੇ? ਸਬੂਤ ਇਹਨਾਂ ਕੋਲ ਹੈਗੇ ਆ, ਸਬੂਤਾਂ ਦੀ ਲੋੜ ਹੀ ਨਹੀਂ ਹੈਗੀ। ਨੰਗੇ ਚਿੱਟੇ ਸੱਚਾਂ ਵਾਸਤੇ ਸਬੂਤਾਂ ਦੀ ਥੋੜਾ ਲੋੜ ਹੁੰਦੀ ਹੈ। ਇੱਥੇ ਇੱਕ ਥੋੜੇ ਪ੍ਰੈਸ ਵਾਲਿਆਂ ਨੂੰ ਆਦਤ ਪੁੱਛਣ ਦੀ ਸਬੂਤ ਹੈਗੇ ਕੋਈ? ਮੇਰੇ ਕੋਲ ਸੱਚ ਹੈਗਾ, ਸਬੂਤ ਇਹ ਲੈ ਕੇ ਆਉਣ ਨਹੀਂ ਹੈਗਾ ਤਾਂ ਮੈਂ ਸਵਾਲ ਤਾਂ ਪੁੱਛਦੇ ਕਿਉਂਕਿ ਤੁਸੀਂ ਬੜੀ ਚਿਰ ਦੇ ਲੱਗੇ ਹੋ ਸੰਘਰਸ਼ ਕਰਨ। ਨਹੀਂ ਲੱਗੀਆਂ ਤਾਂ ਰਿਜ਼ਲਟ ਸਾਹਮਣੇ ਹੈ। ਸੰਘਰਸ਼ ਲੰਬੇ ਕਰਨੇ ਪੈਂਦੇ ਆ। ਘਰਾਂ 'ਚ ਬਹਿ ਕੇ ਏਸੀਆਂ ਥੱਲੇ ਬਹਿ ਕੇ ਸੰਘਰਸ਼ ਨਹੀਂ ਹੁੰਦੇ। ਆ ਸਾਰੇ ਮੌਸਮ ਢੰਗਾ ਹੋਏ ਸੀ, ਸਰਦੀ 'ਚੋਂ ਸਟਾਰਟ ਹੋਏ ਸੀ, ਅਗਲੀਆਂ ਸਰਦੀਆਂ ਟੱਪ ਕੇ ਗਰਮੀਆਂ ਆ ਗਈਆਂ ਸੀ 1.5 ਸਾਲ ਦੇ ਵਿੱਚ। ਪਾਣੀ ਛੱਡਿਆ ਇਹਨਾਂ ਨੇ, ਮੁਸ਼ਕਿਆ ਹੋਇਆ ਸਾਡੇ ਥੱਲੇ, ਠੀਕ ਹੈ। ਸੀਵਰ ਬੰਦ ਕਰਾਏ, ਠੀਕ ਹੈ। ਕਿਹੜਾ ਕੰਮ ਨਹੀਂ ਇਹਨਾਂ ਨੇ ਕੀਤਾ, ਤੇ ਅੱਜ ਫਿਰ ਸੀਵਰ ਹੋ ਗਏ ਬੰਦ ਇਹਨਾਂ ਦੇ ਆਪਣੇ। ਕੁਦਰਤ ਦਾ ਇਨਸਾਫ ਸਭ ਤੋਂ ਵੱਡੇ ਆ ਅੱਗੇ, ਤੇ ਪ੍ਰਮਾਤਮਾ ਜਿਹੜਾ ਹੈਗਾ ਇਸ ਟਾਈਮ ਜਿਹੜੀ ਬਰਿਆਈ ਦੇ ਉਲਟ ਹੈ, ਤੇ ਲੱਗਦਾ ਹੈ ਕਿ ਚੰਗਿਆਈ ਦੇ ਨਾਲ ਹੈ, ਤੇ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਚੰਗਾ ਹੀ ਹੋਊਗਾ। ਸੇਖੋਂ ਸਾਹਿਬ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਸਾਥੀ ਮੁਲਾਜ਼ਮ ਵੀ ਅੱਜ ਬਹੁਤ ਸਾਰੇ ਬੜੀ ਚਿਰ ਆਵਾਜ਼ ਮਹਿਸੂਸ ਕਰਦੇ ਸੀ ਵੀ ਦੱਬੀ ਪਈ ਸੀ, ਪਰ ਜਦੋਂ ਲਗਾਤਾਰ ਇੱਕ ਪਾਸੇ ਤੁਹਾਡੇ ਅਫਸਰ ਸੰਘਰਸ਼ ਕਰ ਰਹੇ ਸੀਗੇ, ਸੰਘਰਸ਼ ਕਾਮਯਾਬ ਵੀ ਕਿਤੇ ਨਾ ਕਿਤੇ ਬੂਰ ਪੈਂਦੇ ਵੀ ਦਿਖੇ, ਤਾਂ ਲੱਗਦਾ ਫਿਰ ਉਹਦੇ ਨਾਲ ਹੌਸਲਾ ਮਿਲਿਆ। ਧੱਕੇ ਕਿਸ ਤਰੀਕੇ ਦੇ ਸਹਿਣੇ ਪਏ ਪਹਿਲਾਂ? ਸਾਰੇ ਤਰ੍ਹਾਂ ਦੇ ਧੱਕੇ ਸਹਿਣੇ ਸੀ। ਤੁਸੀਂ ਜਿਹੜਾ ਵੀ ਮਰਜ਼ੀ ਮੰਨ ਲਓ ਵੀ ਆਹ ਧੱਕਾ ਤੁਹਾਡੇ ਨਾਲ ਹੋਇਆ ਕਿ ਨਹੀਂ ਹੋਇਆ। ਇੱਕ ਸਾਡੇ ਇਮਾਨਦਾਰ ਓਨੈਸਟ ਅਫਸਰ ਨੂੰ ਇੱਕ ਨੌਕਰੀ ਨਹੀਂ ਕਰਨ ਦੇਣ ਦਾ ਮਤਲਬ ਇਹਨਾਂ ਦਾ ਵੀ ਜੇ ਇਮਾਨਦਾਰੀ ਨਾਲ ਅਸੀਂ ਨੌਕਰੀ ਕਰੀਏ ਤਾਂ ਅਸੀਂ ਉਹ ਵੀ ਨਹੀਂ ਕਰ ਸਕਦੇ। ਇੱਕ 31 ਤਰੀਕ ਨੂੰ ਇਸ ਅਫਸਰ ਦੀ ਓਨੈਸਟ ਅਫਸਰ ਦੀ ਰਿਟਾਇਰਮੈਂਟ ਹੋਵੇ ਤੇ ਇੱਕ ਆ ਚੋਰ ਜਿਹੜਾ ਅੰਦਰ ਦਿੱਤਾ ਹੈ ਇਹ ਉਸ ਦਿਨ ਉਹਨੂੰ ਡਿਸਮਿਸ ਕਰੇ, ਇਹ ਕੋਈ ਬੰਦਿਆਂ ਵਾਲੀ ਗੱਲ ਉਹਦੇ ਵਾਸਤੇ ਕੀਤੀ? ਸਵਾਦ ਤੇ ਹੁਣ ਕਹਿੰਦਾ ਮਿੱਧਿਆ ਤੇ ਹੁਣ ਗਿਆ ਨਾ, ਹਜੇ ਤੇ ਇਹਨੂੰ ਅਗਲਾ ਦਿਆਂਗੇ। 3 ਮਰਡਰ ਦੇ ਕੇਸ ਨੇ ਔਰ ਇੱਕ ਦਾ ਬੰਬ ਬਲਾਸਟ ਦਾ ਕੇਸ ਹੈ, ਹੁਣ ਦਿਆਂਗੇ ਅਸੀਂ। ਅਜੇ ਤੇ ਪੰਜਾਬ ਦੇ ਮਤਲਬ ਸਾਰਿਆਂ ਨੂੰ ਮੈਂ ਇਨਵਾਈਟ ਨਹੀਂ ਕਰ ਸਕਿਆ ਕਿਉਂਕਿ ਸਮਾਂ ਥੋੜਾ ਹੋਣ ਕਰਕੇ। ਪੂਰਾ ਪੰਜਾਬ ਇਕੱਠਾ ਹੋ ਕੇ ਔਰ 4 ਕੇਸਾਂ ਦੇ ਵਿੱਚ ਵੱਖਰਾ ਇਹਨੂੰ ਇਨਵੋਲਵ ਕਰਾਂਗੇ, ਚਾਹੇ ਸਾਨੂੰ ਇੱਥੇ ਜਿੱਥੇ ਤੱਕ ਵੀ ਜਾਣਾ ਪਿਆ, ਸੁਪਰੀਮ ਕੋਰਟ ਚਾਹੇ ਪ੍ਰਾਈਮ ਮਿਨਿਸਟਰ ਤੱਕ ਵੀ ਜਾਣਾ ਪਿਆ, ਜਾਵਾਂਗੇ। ਔਰ ਇਹਨੂੰ ਇਹ ਸੋਚੇ ਨਾ ਵੀ ਮੈਂ ਖਰੇ 420 ਅੰਦਰ ਹੋ ਗਿਆ ਮੈਂ ਤੈਨੂੰ ਛੱਡਿਆ ਜਾਊਗਾ। ਇਹ ਤਾਂ ਜਿੱਥੇ ਤੱਕ ਸਾਡਾ ਜ਼ੋਰ ਲੱਗਿਆ ਲਾ ਕੇ ਇਹਨੂੰ ਦੱਸਾਂਗੇ ਵੀ ਹਾਂ ਵੀ ਤੂੰ ਪੰਗਾ ਲਿਆ, ਗਲਤ ਲਿਆ। ਇਹ ਕਹਿੰਦਾ ਹੀ ਤੁਸੀਂ ਸਾਰੇ ਪੰਜਾਬ ਪੁਲਿਸ ਮਹਿਕਮੇ? ਸਾਰਾ ਪੰਜਾਬ ਪੁਲਿਸ ਅਜੇ ਤਾਂ ਮੈਂ ਤਾਂ 2% ਵੀ ਨਹੀਂ ਆ ਸਕੇ ਅਸੀਂ ਤੇ, ਕਿਉਂਕਿ ਐਮਰਜੈਂਸੀ ਇੱਕਦਮ ਅਸੀਂ ਮੈਂ ਮਾੜੀ ਜਿਹੀ ਆਵਾਜ਼ ਮਾਰੀ ਇੱਕਦਮ ਇਕੱਠੇ ਹੋ ਗਏ ਤੇ ਜਿੰਨੇ ਕੁ ਅਸੀਂ, ਕਿਉਂਕਿ ਅਸੀਂ ਦੇਖਦੇ ਸੀ ਸਾਡੇ ਅਫਸਰ ਇਕੱਲੇ ਲੜ ਰਿਹਾ, ਕੋਈ ਬੰਦੇ ਨਾਲ ਨਹੀਂ ਸੀ। ਮੈਂ ਇੱਕ ਆਵਾਜ਼ ਮਾਰ ਕੇ ਪੰਜਾਬ 'ਚ ਇੱਕ ਦਿਨ ਆਵਾਜ਼ ਦਿੱਤੀ, ਮੈਂ ਕਿਹਾ ਵੀ ਹੁਣ ਇਕੱਠੇ ਹੋ ਕੇ ਝੰਡੇ ਥੱਲੇ ਆ ਜਾਓ। ਉਹ ਸਾਰਾ ਪੰਜਾਬ ਇਕੱਠੇ ਹੋਇਆ। 20 ਤਰੀਕ ਨੂੰ ਜਲੰਧਰ ਮੀਟਿੰਗ ਸੀ ਹੋਈ, ਪੂਰਾ ਪੰਜਾਬ ਇਕੱਠਾ ਹੋਇਆ ਸੀ। ਔਰ DSP ਸਾਹਿਬ ਨੇ ਸਪੈਸ਼ਲ ਕਹਿ ਦਿੱਤਾ ਸੀਗਾ ਵੀ ਹੁਣ ਤੁਹਾਨੂੰ ਕਿਸੇ ਸਿਕਿਉਰਿਟੀ ਦੀ ਲੋੜ ਨਹੀਂ, ਹੁਣ ਅਸੀਂ ਨਾਲ ਹਾਂ ਤੁਹਾਡੇ, ਹਰ ਤਰ੍ਹਾਂ ਨਾਲ। ਜਿਸ ਤਰ੍ਹਾਂ ਦੀ ਲੋੜ ਹੋਏ ਉਸ ਤਰ੍ਹਾਂ ਨਾਲ ਅਸੀਂ, ਗੱਡੀਆਂ ਦੀ ਲੋੜ ਹੋਏ, ਬੰਦਿਆਂ ਦੀ ਲੋੜ ਹੋਏ, ਹਰ ਤਰ੍ਹਾਂ ਦੀ ਨਾਲ। ਕਿਉਂ ਅਸੀਂ ਇਕੱਲਾ DSP ਹੁਣ ਇਹਨਾਂ ਦੇ ਡੱਕੇ ਨਹੀਂ ਚੜ੍ਹਨ ਦੇਵਾਂਗੇ, ਕਿਉਂਕਿ ਪਹਿਲੀ ਗੱਲ ਤਾਂ ਲੋੜ ਨਹੀਂ, ਪਰ ਜੇ ਚੜ੍ਹੇ ਤਾਂ ਫਿਰ ਅਸੀਂ ਵੀ ਘੱਟ ਨਹੀਂ ਹੈਗਾ। ਗੱਡੀਆਂ ਵੀ ਸਾਰਾ ਤਰੀਕਾ ਅਸੀਂ ਵਰਤ ਲਾਂਗੇ ਜਿਹੜਾ ਸਾਡੇ ਕੋਲ ਵਰਤਿਆ ਹੈਗਾ।
ਮੰਗ ਕਰਦੇ ਹਾਂ ਜਿਵੇਂ ਦਿੱਲੀ 'ਚ 5 ਸਾਲ ਬਾਅਦ ਕਿੰਨਾ ਇਹ ਵੀ ਮੰਗ ਕਰਦੇ ਆ ਜੇ ਦਿੱਲੀ ਦੇ ਵਿੱਚ ਇੱਕ ਅਲੋਕਨਾਥ ਆਈਪੀਐਸ ਨੂੰ ਰਿਟਾਇਰਮੈਂਟ ਤੋਂ ਬਾਅਦ 5 ਸਾਲ ਸਰਕਾਰ ਨੇ ਐਕਸਟੈਂਸ਼ਨ ਦੇ ਕੇ ਉਹਨੂੰ ਸੀਪੀ ਦੁਬਾਰਾ ਲਾਇਆ। ਅਸੀਂ ਸਰਕਾਰ ਕੋਲ ਭਗਵੰਤ ਕੋਲ ਇਹ ਮੰਗ ਕਰਦੇ ਹਾਂ ਕਿ ਜਿਹੜਾ ਸਾਡੇ ਡੀਐਸਪੀ ਨਾਲ ਸਾਡਾ ਗੁੱਸਾ ਤਾਂ ਹਜਮ ਹੁੰਦਾ ਜੇ ਸਾਡੇ ਡੀਐਸਪੀ ਨੂੰ 2 ਸਾਲ ਚੱਲ 1 ਸਾਲ ਦੀ ਐਕਸਟੈਂਸ਼ਨ ਦੇ ਕੇ ਇਸੇ ਵਿਜੀਲੈਂਸ ਦਾ ਇੰਚਾਰਜ ਲਾ ਕੇ ਅਸੀਂ ਸਾਰੀ ਫੋਰਸ ਨਾਲ ਖੜਾਂਗੇ ਔਰ ਫਿਰ ਸਾਰੀ ਇਨਕੁਆਇਰੀ ਇਮਾਨਦਾਰੀ ਦਾ ਰਿਜ਼ਲਟ ਦੇਵਾਂਗੇ ਵੀ ਇਮਾਨਦਾਰੀ ਦਾ ਰਿਜ਼ਲਟ ਕੀ ਹੈ। ਅਸੀਂ ਇਹ ਮੰਗ ਕਰਦੇ ਸਰਕਾਰ ਕੋਲ ਮੰਗਣਾ ਅਸੀਂ ਸਾਡੀ ਹੁਣ ਇਹੋ ਮੰਗ ਹੋਏਗੀ ਸਾਨੂੰ ਬੇਸ਼ੱਕ ਸਾਨੂੰ ਕੋਈ ਨਾ ਭਾਲ ਕਰਨ ਸਾਡੀ ਇਹ ਮੰਗ ਹੋਏਗੀ ਕਿ ਇਹਨਾਂ ਚੋਰਾਂ ਨੂੰ ਤਾਂ ਹੀ ਫੜ ਕੇ ਅੰਦਰ ਦਿੱਤਾ ਜਾਏਗਾ ਕਿ ਜੇ ਸਾਡੀ ਇਹ ਮੰਗ ਸਰਕਾਰ ਨੇ ਮੰਨ ਲਈ। ਸਿੰਘ ਸਾਹਿਬ ਆਖਰੀ ਸਵਾਲ ਹੈ, ਮੰਗਦੇ ਤਾਂ ਤੁਸੀਂ ਨਹੀਂ ਹੋ ਪਰ ਉਮੀਦ ਹੈਗੀ ਸਰਕਾਰ ਤੋਂ? ਸਰਕਾਰ ਜਿਸ ਤਰੀਕੇ ਨਾਲ ਤੁਹਾਡੀ ਨੌਕਰੀ ਖਰਾਬ ਕੀਤੀ ਗਈ, ਜਿਸ ਤਰੀਕੇ ਦੇ ਨਾਲ ਤੁਹਾਡੇ ਫੰਡ ਸਾਡੇ ਪਏ ਨੇ, ਸਰਕਾਰ ਨੂੰ ਇੱਧਰ ਵੀ ਹੁਣ ਧਿਆਨ ਦੇਣਾ। ਫੰਡ ਦੇਣੇ ਇੱਕ ਡਿਫਰੈਂਟ ਕੇਸ ਹੈ, ਨੌਕਰੀ ਤੇ ਲੈ ਕੇ ਆਉਣਾ ਇੱਕ ਡਿਫਰੈਂਟ ਕੇਸ ਹੈ। ਇਹਨਾਂ ਦੀ ਕਿੱਥੇ ਹਿੰਮਤ ਹੋਣੀ ਇੰਨੀ, ਮੇਰੇ ਵਰਗੇ ਬੰਦੇ ਨੂੰ ਕਿਹੜਾ ਕਮਾਂਡ ਕਰੂਗਾ ਮੈਨੂੰ? ਆਫਟਰ ਆਲ ਮੈਨੂੰ ਐਸਐਸਪੀ ਲਾ ਦੇਣਗੇ ਵੱਧ ਤੋਂ ਵੱਧ, ਹੋਰ ਤਾਂ ਡੀਜੀਪੀ ਤਾਂ ਲਾ ਨਹੀਂ ਸਕਦੇ, ਠੀਕ ਹੈ। ਤੇ ਐਸਐਸਪੀ ਦੇ ਉੱਤੇ ਡੀਆਈਜੀ ਵੀ ਲੱਗੂ ਤੇ ਆਈਜੀ ਵੀ ਲੱਗੂ ਤੇ ਡੀਜੀਪੀ ਲੱਗੂ। ਕਿਹਦੀ ਹਿੰਮਤ ਹੈ ਮੇਰੇ ਵਰਗੇ ਬੰਦੇ ਦੇ ਉੱਪਰ ਕੰਮ ਕਰਨ ਦੀ? ਲੋਕ ਤਾਂ ਥੱਲੇ ਦੀ ਗੱਲ ਕਰਦੇ ਨਾ, ਮੈਂ ਉੱਪਰ ਦੇ ਨੂੰ ਕਹਿੰਦਾ ਵੀ ਇਹਨਾਂ 'ਚ ਕਿਹੜੇ ਦੀ ਹਿੰਮਤ ਹੈ ਜਿਹੜਾ ਬਲਵਿੰਦਰ ਸਿੰਘ ਸੇਖੋਂ ਨੂੰ ਕਮਾਂਡ ਕਰ ਸਕੂਗਾ? ਇਹ ਤਾਂ ਆਪ ਕਮਾਂਡ ਲੈਂਦੇ ਆ, ਜੁੱਤੀਆਂ 'ਚ ਪਾਣੀ ਪੀਣ ਵਾਲੇ ਬੰਦੇ ਆ। ਇਸ ਕਰਕੇ ਇਹੋ ਜਿਹੀ ਨੌਕਰੀ ਦੀ ਮੈਂ ਬਿਲਕੁਲ ਕਾਮਨਾ ਹੀ ਨਹੀਂ ਕਰਦਾ। ਇਹੋ ਜਿਹੀ ਗੁਲਾਮੀ ਤੋਂ ਐਵੇਂ ਚੰਗਾ ਮੇਰੇ ਬਣਦੇ ਫੰਡ ਜਿਹੜੇ ਹੈਗੇ ਆ, ਮੇਰੀ ਰਿਟਾਇਰਮੈਂਟ ਤੋਂ ਬਾਅਦ ਦਾ ਜੋ ਬਣਦਾ ਸਰਕਾਰ ਦਾ ਜੋ ਮੇਰੀ ਤਨਖਾਹ ਹੈ ਉਹ ਦੇਣਾ ਇਹਨਾਂ ਦਾ ਫਰਜ਼ ਹੈ। ਇਹ ਕੋਈ ਜ਼ਿੰਮੇਵਾਰੀ ਇਹ ਨਹੀਂ ਕਿ ਇਹਨਾਂ ਤੋਂ ਮੰਗਾ ਮੈਂ, ਇਹਨਾਂ ਨੂੰ ਸ਼ਰਮ ਹੈਗੀ ਤਾਂ ਦੇਣ, ਨਹੀਂ ਤਾਂ ਮੈਂ ਕਿਹਾ ਮੈਂ ਹਿੱਕ ਦੇ ਜ਼ੋਰ ਤੇ ਇਹਨਾਂ ਤੋਂ ਲਊਂਗਾ, ਨਹੀਂ ਤਾਂ ਕੋਰਟ ਤੋਂ ਲੈ ਲਊਂਗਾ। ਕੋਰਟਾਂ ਤੋਂ ਵੀ ਮਤਲਬ ਮੈਂ ਆਪਣਾ ਹੱਕ ਮੰਗੂਗਾ, ਮੈਂ ਨਹੀਂ ਕਹੂੰਗਾ ਕਿ ਮੈਨੂੰ ਕੋਰਟਾਂ ਮੇਰੇ ਤੇ ਰਹਿਮ ਕਰਨ, ਮੇਰਾ ਰਾਈਟ ਹੈਗਾ। ਨਹੀਂ ਕਰਨਗੇ ਕੋਈ ਸੁਪਰੀਮ ਕੋਰਟ ਜਾਣਗੇ, ਨਹੀਂ ਤਾਂ ਨਾ ਹੋਈ ਇਹਨਾਂ ਪੈਸੇ ਮੈਂ ਮਰ ਥੋੜਾ ਜਾਵਾਂਗੇ। ਬਥੇਰੀ ਦੁਨੀਆ ਬੈਠੀ ਹੈ, ਲੋਕ ਪੈਸਾ ਜੇ ਅੱਜ ਮੰਗਣਾ ਹੋਵੇ ਤਾਂ ਕਰੋੜਾਂ ਰੁਪਏ ਲੋਕ ਮੇਰੇ ਵਾਸਤੇ ਲੈ ਕੇ ਬੈਠੇ, ਮੈਨੂੰ ਲੋੜ ਹੀ ਨਹੀਂ ਹੈਗੀ। ਮੈਂ 2 ਰੋਟੀਆਂ ਖਾਣ ਵਾਲਾ ਆਦਮੀ, ਮੈਨੂੰ ਕੋਈ ਐਡਾ ਮਸਲਾ ਨਹੀਂ ਹੈਗਾ ਕਿ ਮੇਰਾ ਫੈਕਟਰੀਆਂ ਨਹੀਂ ਚੱਲ ਰਹੀਆਂ ਜਾਂ ਮੇਰਾ ਬਿਜ਼ਨਸ ਬੰਦ ਹੋ ਗਿਆ। ਤਾਂ ਇੱਕ ਇਮਾਨਦਾਰੀ ਦੀ 2 ਫੁਲਕੇ ਖਾਣੇ ਹੋਣ ਉਹਦੇ ਵਾਸਤੇ ਬਹੁਤੇ ਪੈਸਿਆਂ ਦੀ ਲੋੜ ਨਹੀਂ ਹੁੰਦੀ। ਉਹਦੇ ਵਾਸਤੇ ਮੈਂ ਸਮਰੱਥ ਹਾਂ। ਮੈਂ ਇਹ ਲੜਾਈ ਜਦੋਂ ਸੰਘਰਸ਼ ਚੁਣਿਆ ਸੀ ਉਦੋਂ ਮੈਨੂੰ ਪਤਾ ਸੀਗਾ ਵੀ ਇਸ ਪਾਸੇ ਜਾਊਗਾ। ਸੋ ਕੋਈ ਐਸੀ ਗੱਲ ਨਹੀਂ, ਸਾਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ, ਪਰ ਸਾਡੇ ਹੱਕ ਹੈ ਉਹ ਦੇਣੇ ਬਣਦੇ ਆ। ਦੇਣਗੇ ਤਾਂ ਇਹਨਾਂ ਦੀ ਮਰਜ਼ੀ ਹੈ, ਨਾ ਦੇਣਗੇ ਤਾਂ ਹਿੱਕ ਦੇ ਜ਼ੋਰ ਤੇ ਲਵਾਂਗੇ। ਦਿਲ ਨੂੰ ਕੋਈ ਸਕੂਨ ਮਿਲਿਆ? ਨਹੀਂ ਕੋਈ ਐਸੀ ਇਹ ਨਹੀਂ, ਦਿਲ ਨੂੰ ਸਕੂਨ ਤਾਂ ਮਿਲੇ। ਹੁਣ ਤੁਸੀਂ ਦੇਖਦੇ ਹੋ ਕਿ ਆਸ਼ੂ ਅੰਦਰ ਹੋ ਗਿਆ, ਦਿਲ ਨੂੰ ਸਕੂਨ। ਆਸ਼ੂ ਤਾਂ ਸਾਰੇ ਹੀ ਬਾਹਰ ਹੈ, ਇੱਕੋ ਹੀ ਅੰਦਰ ਹੈ। ਇਹ ਤਾਂ ਇੱਕ ਪੁਣੀ ਵੀ ਨਹੀਂ ਕੱਤੀ, ਮੈਨੂੰ ਕੋਈ ਸਕੂਨ ਨਹੀਂ। ਇੰਨਾ ਸਕੂਨ ਹੈ ਕਿ ਇੱਕ ਚੀਜ਼ ਸਟਾਰਟ ਹੋਈ ਹੈ, ਸ਼ੁਰੂਆਤ ਹੋਈ ਹੈ, ਇੱਕ ਉਮੀਦ ਵੱਜੀ ਹੈ। ਉਹ ਇੱਕ ਆਸ ਜਿਹੜੀ ਹੈਗੀ ਉਹ ਮੈਂ ਕਹੀ ਜਾ ਸਕਦੀ। ਸਕੂਨ ਤਾਂ ਉਦੋਂ ਮਿਲੂਗਾ ਜਦੋਂ ਪੂਰੀ ਦੀ ਪੂਰੀਆਂ ਫੌਜਾਂ ਜਿਹੜੀਆਂ ਹੈਗੀਆਂ ਇੱਥੇ ਸਾਰੀਆਂ ਅੰਦਰ ਹੋਣਗੀਆਂ, ਨਿਜ਼ਾਮ ਬਦਲਣਗੇ, ਚੰਗੇ ਲੋਕ ਅੱਗੇ ਆਉਣਗੇ। ਜਿਹੜੀਆਂ ਜਨਰੇਸ਼ਨਾਂ ਨੂੰ ਅਸੀਂ ਤਬਾਹ ਕੀਤਾ, ਅਸੀਂ ਮੈਂ ਆਪਣੇ ਵੱਲੋਂ ਕੋਲ ਕਰਕੇ ਕਹਿੰਦਾ ਇਹ ਬੈਠੇ ਬੜੀ ਇਮਾਨਦਾਰੀ ਦੀ ਨੌਕਰੀ ਕੀਤੀ ਹੈ। ਮੈਂ ਤਾਂ ਆਪਣੇ ਆਪ ਨੂੰ ਇਮਾਨਦਾਰ ਵੀ ਨਹੀਂ ਕਹਿੰਦਾ, ਪਰ ਫਿਰ ਵੀ ਅਸੀਂ ਗੁਨਾਹਗਾਰ ਹੈਗੇ ਹਾਂ, ਠੀਕ ਹੈ। ਆਉਣ ਵਾਲੀਆਂ ਜਨਰੇਸ਼ਨਾਂ ਦੇ ਇੱਥੇ ਪਾਣੀ ਨਹੀਂ ਛੱਡਿਆ, ਇੱਥੇ ਅਸੀਂ ਹਵਾ ਨਹੀਂ ਛੱਡੀ। ਇਹ ਸਾਰੇ ਸਿਸਟਮ ਦੇ ਜਿਹੜੇ ਬੰਦੇ ਵੀ ਸੀਨੀਅਰ ਸਿਟੀਜ਼ਨ ਹੈਗੇ ਉਹ ਜ਼ਿੰਮੇਵਾਰ ਹੈ। ਉਹਨਾਂ ਨੇ ਤੁਹਾਡੀ ਉਮਰ ਦੇ ਬੰਦਿਆਂ ਨਾਲ 50 ਸਾਲ ਤੋਂ ਘੱਟ ਦੀ ਉਮਰ ਨਾਲ ਧੱਕਾ ਕੀਤਾ, ਪਾਪ ਕੀਤਾ। ਅਸੀਂ ਤਾਂ ਆਪਦਾ ਜਿਹੜਾ ਫਲ ਭੁਗਤਾਂਗੇ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਕੁਛ ਆਪਣਾ ਕਰਕੇ ਪਛਤਾਤਾਪ ਇਹ ਕੁਛ ਚੀਜ਼ਾਂ ਮੋੜ ਕੇ ਇਹਨਾਂ ਨੂੰ ਜਗਾ ਸਕੀਏ। ਨਵੀਂ ਜਨਰੇਸ਼ਨ ਜਿਹੜੀ ਇਹਨਾਂ 'ਚੋਂ ਚੰਗੇ ਬੰਦੇ ਅੱਗੇ ਲੈ ਕੇ ਉਹਨਾਂ ਦੇ ਹੱਥ ਕਮਾਂਡ ਦੇਈਏ ਤਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਗੰਦ ਦੁਬਾਰਾ ਪੈਦਾ ਨਾ ਹੋਵੇ ਜਿਹੜਾ ਅਸੀਂ ਪੈਦਾ ਕੀਤਾ ਸੀ। ਬਾਪੂ ਜੀ ਇੱਕੋ ਹੀ ਸਵਾਲ ਤੁਹਾਡੇ ਤੋਂ ਲਵਾਂਗਾ, ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਇਸ ਕਾਰਵਾਈ ਨੂੰ? ਕਾਰਵਾਈ ਤਾਂ ਠੀਕ ਹੈ। ਜਦੋਂ ਤੁਸੀਂ ਕਿਸੇ ਵੀ ਭ੍ਰਸ਼ਟਾਚਾਰੀ ਬੰਦੇ ਨੂੰ ਅੰਦਰ ਦਿੰਦੇ ਹੋ, ਕੋਈ ਵੀ, ਕਿਉਂਕਿ ਭ੍ਰਸ਼ਟਾਚਾਰ ਤਾਂ 1956 ਤੋਂ ਸ਼ੁਰੂ ਹੈ। ਜਦੋਂ ਕੈਰੋਂ ਤੁਹਾਡਾ ਲੰਮੀ ਦਾੜੀ ਵਾਲਾ ਕੈਰੋਂ ਤੁਹਾਡਾ ਮੁੱਖ ਮੰਤਰੀ ਬਣਾ ਸੀ ਨਾ, ਭ੍ਰਸ਼ਟਾਚਾਰ ਤਾਂ ਉਦੋਂ ਦਾ ਸ਼ੁਰੂ ਹੈ। ਚੌਧਰੀ ਦੇਵੀ ਲਾਲ ਹੋਰੀ ਨਹਿਰੂ ਕੋਲੇ ਗਏ ਵੀ ਪੰਡਿਤ ਜੀ ਕੀ ਕਰੇ ਭਾਈ, ਕੈਰੋਂ ਤਾਂ ਗਣੋਂ ਹੀ ਭ੍ਰਸ਼ਟ ਹੈ। ਇਹ ਬੋਲਿਆ ਉਹਨੇ, कह तो गणों ही भ्रष्ट है। अदा कोई नहीं भाई, पैसा देश का देश में रह रहा है, बाहर तो कोई नहीं जावे। ये जवाब सी पंडित जवाहरलाल नेहरू दा, उदों तो लगे हुए तो हुणे माड़ी जी एक रूम जिन्ना थां है हत्थ च, ये तो तुसीं जिन्ने वड्डे लोग हो जाणगे, जिन्ना वो जागणगे, थोड़ी नागरिक की जाग नाल ही ये गल टुटनी है। जे तुसीं माड़ा फड़ के रब दा नाम लैणगे फिर गए, फिर जित जाणगे। ठीक है ना। ये जो कुछ भी होया लोगों की जाग करके होया, लोगों के भय करके होया। जिद्दे थोड़ा भय खत्म हो गया, पता लग गया भी असीं 2 रुपये के विच 2 बोतलों च बरिया लांगे, उदे इन्होंने किसी ने नहीं पढ़ना। एक दूजे सारे साडू ने है, कुड़मो कुड़मी बरतणगे ते वोटर बैठे तरसणगे। ये सारे कुछ दे कुड़म है, लोगों के तो सारे विरोध च ही ने। किहड़े किहड़े दा नां लो, जवान छोटी है ते ठग्गां दा टोला वड्डा है। पर जागना नागरिक नूं पऊ। आपां नहीं जागदे, आपां हिंदू बन जाने, सिख बन जाने, ऊच बन जाने, नीच बन जाने, बाणिया बन जाने, जट बन जाने। ये कोई शब्द ने? नागरिक बनो, अपने फर्ज पछाणो ते इन्हां नूं राह ते ले आओ। अक्सर दा वोट तुहाडे कोल ही लैण आउंदे आ ना, उत्तों तां आई कोई नहीं, आपां ही दिन्ने आ। आपां ओहदे खड़ जाओ। सिर्फ 15 दिन, सिर्फ ते सिर्फ 4 साल 11 महीने
20 ਦਿਨ ਇਹਨਾਂ ਦੇ ਛਿੱਤਰ ਖਾ ਰਹੇ ਹੁੰਦੇ ਆ ਤੇ ਸਿਰਫ ਪਿਛਲੇ 10 ਦਿਨ ਹੀ ਤੁਸੀਂ ਸਬਰ ਨਾਲ ਆਪਣਾ ਵੋਟ ਸਹੀ ਢੰਗ ਨਾਲ ਪਾ ਦਿਓ ਤੇ ਬੱਲੇ ਬੱਲੇ ਹੋ ਜੂਗਾ। ਵੋਟਰ ਤੇ ਨਾਗਰਿਕ ਤੇ ਨਿਰਭਰ ਕਰਦਾ ਹੈ ਤੇ ਥੋੜਾ ਲੋਕਾਂ ਨੇ ਵੋਟ ਪਾਏ ਆ 92 ਸੀਟਾਂ ਜਿਤਾਈਆਂ ਤੇ ਉਹਦੇ ਵੇਖੋ ਰਿਜ਼ਲਟ ਚੰਗੇ ਵੀ ਆਉਣ ਲੱਗ ਗਏ, ਨਾ ਚਾਹੁੰਦੇ ਵੀ ਚੰਗੇ ਆਉਣ ਲੱਗ ਗਏ। ਜੇ ਕਹੀਏ ਨਾ ਬਹੁਤ ਇਹ ਹਰੀਸ਼ ਚੰਦਰ ਹੋਰੀ ਆ ਗਏ, ਪਰ ਜੋ ਵੀ ਹੋਇਆ ਲੋਕਾਂ ਦੇ ਭੈ ਕਰਕੇ ਸਭ ਕੁਝ ਹੋ ਰਿਹਾ। ਥੋੜੀ ਆਪਣਾ ਭੈ ਵੱਡਾ ਬਣਾਈ ਰੱਖੋ, ਆਪਦੀ ਚੇਤਨਾ ਨੂੰ ਵੱਡੀ ਕਰੀ ਰੱਖੋ। ਜਦੋਂ ਤੁਸੀਂ ਖੜ ਗਏ ਕਿਸੇ ਡੀਸੀ ਦੇ ਦਫ਼ਤਰ 'ਚ, ਹੁਣ ਆਪਣਾ ਡੀਸੀ ਐਸਐਸਪੀ ਸਾਹਿਬ ਦਾ ਦਫ਼ਤਰ ਹੈ, ਮੈਂ ਇਹਦਾ ਨਾਂ ਰੱਖਿਆ ਸੱਜਣ ਠੱਗ ਦੀ ਹਵੇਲੀ। ਸੱਜਣ ਠੱਗ ਦੀ ਹਵੇਲੀ, ਅੰਦਰ ਗਿਆ ਬੰਦਾ ਬਾਹਰ ਨਹੀਂ ਆਉਂਦਾ। ਤੁਸੀਂ ਕੰਮ ਕਰਕੇ ਦਿਖਾ ਦਿਓ ਇੱਥੇ ਕਿਸੇ ਦਫ਼ਤਰ 'ਚ ਵਗ ਜੇ, ਥੋੜਾ ਬਿਨਾਂ ਪੈਸੇ ਤੋਂ ਕੰਮ ਹੋ ਜੇ, ਮੰਨ ਜਾਂਗੇ। ਸਾਰਾ ਦਿਨ ਤੁਸੀਂ ਆਪਣੇ ਕੈਮਰੇ ਚੱਕੀ ਫਿਰਦੇ ਹੋ, ਅਸੀਂ ਜੀ ਮੀਡੀਆ ਵਾਲੇ ਆ ਗਏ, ਅਸੀਂ ਚੈਨਲਾਂ ਵਾਲੇ ਆ ਗਏ, ਹੋਰ ਇੱਥੇ ਮੇਰੇ ਵਰਗੇ 20 ਧੜੰਗ ਫਿਰਦੇ ਨੇ। ਹੈਂ, ਕੰਮ ਕਰਾ ਕੇ ਦਿਖਾ ਦਿਓ, ਮੰਨ ਜਾਂਗੇ। ਥੋੜੀ ਬੇਇੱਜ਼ਤੀ ਹੋਊਗੀ। ਉਹ ਇਹ ਕਹਿਣਗੇ ਹਣ ਪਬਲਿਕ ਸਰਵੈਂਟ ਕਹਿੰਦੇ ਹੋਏ ਆ, ਕਿਉਂ ਇਹਨਾਂ ਦੀ ਮਾਂ ਦਾ ਕੋਈ ਦੇਣਾ ਹੈ? ਨੌਕਰ ਨੇ, ਨੌਕਰ ਨੂੰ ਬੋਲਣਾ ਆਉਣਾ ਚਾਹੀਦਾ। ਜੇ ਤੁਹਾਡੀ ਜਾਗ ਵੱਡੀ ਹੋ ਜਾਏ ਨਾਗਰਿਕ ਦੀ, ਤੇ ਫਿਰ ਤੁਹਾਨੂੰ ਸਾਰੇ ਕਹਿਣਗੇ। ਆਪਾਂ ਇਹਨਾਂ ਨੂੰ ਕਹਿੰਦੇ ਸਰ, ਜਨਾਬ, ਹਜੂਰ, ਮਾਈ ਬਾਪ, ਮੀ ਲਾਰਡ, ਯੋਰ ਆਨਰ। ਇਹ ਕਿਵੇਂ ਹੋਏ ਬਈ? ਨੌਕਰ ਯੋਰ ਆਨਰ ਕਿਵੇਂ ਹੋਇਆ? ਆਪਾਂ ਇਹਨਾਂ ਦਾ ਸਿਰ ਚੜਾਤੇ। ਤੁਸੀਂ ਇਹਨਾਂ ਨੂੰ ਬੋਲੋ ਵੀ ਤੁਸੀਂ ਕੰਮ ਕਰੋ, ਬੰਦੇ ਦੇ ਪੁੱਤ ਬਣ ਕੇ ਨਹੀਂ ਬਾਹਰ ਨਿਕਲੋ। ਇਹ ਕੰਮ ਕਰਨ ਲੱਗ ਜਾਣ, ਗੱਲ ਨਹੀਂ ਬਾਤ ਨਹੀਂ। ਤੁਹਾਡੀ ਜਾਗ ਵੱਡੀ ਹੈ, ਤੁਸੀਂ ਜਾਗੋ। ਨਾ ਪੁਲਿਸ ਨੇ ਡੱਕਾ ਕਰਨਾ ਹੈ, ਨਾ ਕਿਸੇ ਪਾਰਟੀ ਨੇ ਡੱਕਾ ਕਰਨਾ ਹੈ, ਨਾ ਡੀਸੀ ਨੇ ਡੱਕਾ ਕਰਨਾ, ਨਾ ਕਿਸੇ ਸੀਪੀ ਨੇ ਡੱਕਾ ਕਰਨਾ, ਨਾ ਕਿਸੇ ਡੀਜੀਪੀ ਨੇ ਕਰਨਾ ਹੈ, ਨਾ ਤੁਹਾਡੇ ਵਾਲੇ ਪੀਐਮ ਨੇ ਵੱਡਾ ਕਰਨਾ ਹੈ, ਨਾ ਉਹ ਵਿਚਾਰੀ ਜਿਹੜੀ ਰਾਸ਼ਟਰਪਤੀ ਹੈ ਨਾ ਉਹਨੇ ਡੱਕਾ ਕਰਨਾ ਹੈ, ਨਾ ਕਿਸੇ ਗਵਰਨਰ ਨੇ ਡੱਕਣਾ। ਨਾਗਰਿਕ ਨੇ। ਤੁਸੀਂ ਜਾਗੋ, ਇਕੱਠੇ ਹੋਵੋ। 5 ਸਾਲਾਂ ਮਗਰੋਂ ਇਹਨਾਂ ਦੀ ਨੱਕ ਨਾਲ ਘੀਸੀ ਕਰਾ ਦਿਓ, ਬਸ ਠੀਕ ਹੈ, ਟੁਰ ਜਾਣਗੇ। ਬਾਪੂ ਗੱਲਬਾਤ ਕਰਨ ਲਈ ਧੰਨਵਾਦ। ਤਾਂ ਇਹ ਬਾਪੂ ਬਲਕੌਰ ਸਿੰਘ ਜੀ ਸੀਗੇ। ਅਕਸਰ ਤੁਸੀਂ ਇਹਨਾਂ ਦੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਦਿੱਤਾ। ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਕਹਿੰਦੇ ਨੇ ਵੀ ਸ਼ੁਰੂਆਤ ਹੋਈ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ, ਜ਼ਰੂਰ ਇੱਕ ਕਦਮ ਚੰਗਾ ਪੁੱਟਿਆ ਗਿਆ, ਪਰ ਕਹਿੰਦੇ ਸਬਰ ਤੇ ਸਕੂਨ ਉਦੋਂ ਮਿਲੇਗਾ ਜਿਸ ਦਿਨ ਸਾਰੇ ਭ੍ਰਿਸ਼ਟ ਲੀਡਰ ਜੇਲ੍ਹਾਂ ਦੇ ਵਿੱਚ ਜਾਣਗੇ। ਹਾਲਾਂਕਿ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਔਰ ਅਕਾਲੀ ਦਲ ਦੇ ਵੀ ਕਈ ਵੱਡੇ ਲੀਡਰਾਂ ਦਾ ਜਿਹੜਾ ਨੰਬਰ ਉਹ ਜੇਲ੍ਹ ਦਾ ਯਾਤਰਾ ਦਾ ਲੱਗ ਸਕਦਾ ਹੈ। ਔਰ ਕਹਿੰਦੇ ਨੇ ਵੀ ਸਬੂਤ ਮੇਰੇ ਕੋਲ ਵੀ ਹੈਗੇ ਨੇ, ਲੋੜ ਪਈ ਜੇ ਸਰਕਾਰ ਮੰਗੇਗੀ ਤਾਂ ਸਬੂਤ ਮੈਂ ਵੀ ਦਿਆਂਗਾ। ਵੈਸੇ ਤਾਂ ਕਹਿੰਦੇ ਵਿਜੀਲੈਂਸ ਨੇ ਇਹਨਾਂ ਦੇ ਚਿੱਠੇ ਜਿਹੜੇ ਨੇ ਉਹ ਪਹਿਲਾਂ ਹੀ ਇਕੱਠੇ ਕਰ ਲਏ ਨੇ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਲੁਧਿਆਣਾ। ਹੈਲੋ, ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਹੈ ਸੇਖੋ ਸਰ ਸਰ? ਮਿਹਰਬਾਨੀ ਹੁਕਮ ਸਰ। ਸੇਖੋ ਸਾਹਿਬ, ਰਿਕਾਰਡਿੰਗ ਔਨ ਕਰੋ ਆਪਣੇ ਫੋਨ ਦੀ। ਇਹ ਆਲਵੇਜ਼ ਚੱਲਦੀ ਰਹਿੰਦੀ ਸਰ, ਹੁਕਮ ਕਰੋ। ਹਾਂ ਸੁਣੋ ਸਰ, ਪੋਲਿਟਿਕਸ ਨਾ ਬੜੀ ਮਹਿੰਗੀ ਪੈਂਦੀ ਹੈ EMPLOYE ਨੂੰ। ਮੈਂ ਨਹੀਂ ਸਰ ਕੁਝ ਵੀ ਕਰ ਰਿਹਾ ਜੀ। ਜਿੰਨੀ ਜ਼ੋਰ ਨਾਲ ਕਰਕੇ ਦੇਖ ਸਕਦਾ ਨਾ ਕਰਕੇ ਦੇਖ ਲੈ ਜੀ। ਇੰਨਾ ਕਮਜ਼ੋਰ ਮੈਨੂੰ ਸਮਝੀ ਨਾ ਜਿੰਨਾ ਤੂੰ ਪੋਲਿਟਿਕਸ ਜੀ ਕਰਕੇ ਇੱਥੇ ਚੁਗਲ ਜਿਹਾ ਬਣਿਆ ਹੋਇਆ। ਰਾਈਟ ਸਰ। ਹੋਰ ਸਰ, ਜਿੰਨੀ ਮਦਦ ਤੇਰੀ ਕਰਦੇ ਸੀ ਨਾ ਮਿੱਧ ਕੇ ਰੱਖ ਦਿਆਂਗੇ, ਕਿਸੇ ਕੋਲ ਨਹੀਂ ਬਚਾ ਹੋਏਗਾ ਤੇਰੇ ਕੋਲ। ਚਲੋ ਸਰ, ਤੁਹਾਨੂੰ ਕੋਈ ਗਲਤ ਫਹਿਮੀ ਹੋਣੀ। ਗਲਤ ਫਹਿਮੀ ਚ ਉਦੋਂ ਮੈਂ ਤੈਨੂੰ ਕਿਹਾ ਸੀ ਤੂੰ ਵਿੱਚ ਪਾਰਟੀ ਨਾ ਬਣੀ। ਕਾਹਦੇ ਵਿੱਚ ਸਰ? ਆਪਣੀ ਪੁਲਿਸਿੰਗ ਤਾਂ ਹੀ ਰਹਿ। ਜੋ ਕੰਮ ਤੈਨੂੰ ਦਿੱਤਾ ਗਿਆ ਰਿਪੋਰਟਾਂ ਬਣਦੀਆਂ ਹੀ ਰਹਿੰਦੀਆਂ, ਇਹ ਆਪੇ ਹੀ ਠੀਕ ਕਰ ਲਾਂਗੇ। ਠੀਕ ਹੈ ਸਰ, ਤਾਂ ਫਿਰ ਵੀ ਮੈਨੂੰ ਮਾੜਾ ਗਾਈਡ ਕਰ ਦਿਓ ਵੀ ਕਿਹਦੇ ਬਾਰੇ ਕਹਿ ਰਹੇ ਹੋ। ਤੂੰ ਸਮਝਦਾ ਇੰਨਾ ਅਣਜਾਣ ਨਹੀਂ ਹੈ। ਨਹੀਂ ਸਰ, ਹੁਣ ਤੁਸੀਂ ਆਨ ਦੀ ਕਰਾ ਹੀ ਰਹੇ ਹੋ ਨਾ, ਤੁਸੀਂ ਜਿਹੜਾ ਦੱਸ ਦਿਓ, ਬੋਲ ਦਿਓ ਜੋ ਬੋਲਣਾ। ਤੁਸੀਂ ਆਪ ਕੀ ਰਿਕਾਰਡਿੰਗ ਤੇ ਕਰਾ ਲਓ, ਦੱਸੋਗੇ ਕੀ ਹੁਕਮ ਕਰੋ ਮੈਨੂੰ ਤਾਂ। ਹਾਂ, ਤੂੰ ਬੜਾ ਚਤਰ ਬਣਦਾ ਆ। ਦੱਸੋ ਨਾ, ਕੋਈ ਰੀਜ਼ਨ ਤਾਂ ਦੱਸ ਦਿਓ ਕਿਸ ਗੱਲ ਤੇ। ਕੰਸਟੀਚੁਐਂਸੀ ਦੀ ਡਿਵੈਲਪਮੈਂਟ ਵਾਸਤੇ ਨਹੀਂ ਹੈ ਇੱਥੇ। ਮੈਂ ਡਿਵੈਲਪਮੈਂਟ ਵਾਸਤੇ ਹੀ ਹਾਂ ਸਰ। ਆਪਣੇ ਮਿਨਿਸਟਰ ਦੇ ਔਰ ਬਣੀ ਦੇ ਇੰਟਰਸਟ ਵਾਚ ਕਰਨ ਲਈ ਇੱਥੇ ਹੈ। ਬਿਲਕੁਲ ਨਹੀਂ ਸਰ। ਕਿਸੇ ਇੰਟਰਸਟ ਕਿਸੇ ਵੀ ਡਿਵੈਲਪਮੈਂਟ 'ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ, ਤੂੰ ਨਹੀਂ ਇੰਟਰਫੇਅਰ ਕਰਨਾ, ਨਾ ਹੀ ਕੋਈ ਸੜਕ ਬਣੇਗੀ। ਸਰ ਇਹ ਹਾਈ ਕੋਰਟ ਦਾ ਕੇਸ ਹੈ ਜੀ, ਇਹਦੇ ਵਿੱਚ ਹਾਈ ਕੋਰਟ ਨੂੰ ਕਹਿੰਦੇ ਵੀ ਮੰਤਰੀ ਨਹੀਂ ਬਣਨ ਦਿੰਦਾ। ਹਾਈ ਕੋਰਟ ਦਾ ਕੇਸ ਮੈਨੂੰ ਪੜਾਉਣਾ। ਤੇਰੀਆਂ ਵਕਾਲਤਾਂ ਮੈਂ ਸਾਰੀਆਂ ਪੜੀਆਂ ਹੋਈਆਂ ਸਰ। ਉਹ ਸਾਰੇ ਹਾਈ ਕੋਰਟ ਦਾ ਕੇਸ ਹੈ, ਕਾਰਪੋਰੇਸ਼ਨ ਦੇ ਵਿੱਚ ਇੰਟਰਫੇਅਰ ਤੂੰ ਨਹੀਂ ਕਰੇਗਾ ਯਾਰ, ਤੂੰ ਨਹੀਂ ਕਰੇਗਾ। ਸਰ ਕਮਾਲ ਦੀ ਗੱਲ, ਮੈਂ ਕਿਸ ਤਰੀਕੇ ਨਾਲ ਉਹ ਕਰ ਸਕਦਾ ਜੀ ਉਹਨਾਂ ਨੂੰ। ਆਪਾਂ ਤੂੰ ਉੱਥੇ ਆ, ਫਿਰ ਤੈਨੂੰ ਮੈਂ ਦੱਸਾਂ ਕਿਵੇਂ ਕਰੇਗਾ ਤੂੰ। ਗ੍ਰੀਨ ਬੈਲਟ ਆਪਾਂ ਉੱਥੇ ਅਲਾਟ ਕਰ ਦਿੱਤੀ ਹੈ ਜੀ ਉਹਨਾਂ ਨੂੰ। ਤੂੰ ਮੈਨੂੰ ਪੜਾ ਨਾ। ਉਹ ਸਰ ਤੂੰ ਨਹੀਂ ਕਰੇਗਾ ਮੇਰੇ। ਸਰ ਮੈਂ ਪੜਾ ਨਹੀਂ ਰਿਹਾ, ਮੇਰੀ ਗੱਲ। ਫਿਰ ਇੱਥੋਂ ਹਟਾ ਲੈ ਆਪਣੇ ਬੰਦੇ ਔਰ ਤੂੰ ਵੀ ਚਲੇ ਜਾ। ਮੇਰੀ ਕੰਸਟੀਚੁਐਂਸੀ 'ਚ ਤੂੰ ਦਖਲ ਨਹੀਂ ਦੇਂਗਾ। ਸਰ ਕੰਸਟੀਚੁਐਂਸੀ 'ਚ ਮੈਂ ਦਾਖਲ ਨਹੀਂ ਦੇ ਰਿਹਾ ਜੀ। ਜੇ ਮੈਂ ਚੀਜ਼ ਕੋਈ ਗਲਤ ਕਰ ਰਿਹਾ ਹਾਂ ਫਿਰ ਛੁੱਟੀ ਲੈ ਜਾ ਬਾਈ। ਤੈਨੂੰ ਕੁਛ ਨਹੀਂ, ਤੈਨੂੰ ਹਾਈ ਕੋਰਟ ਤੋਂ ਡਰ ਲੱਗਦਾ, ਛੁੱਟੀ ਲੈ ਜਾ। ਨਹੀਂ, ਮੈਨੂੰ ਹਾਈ ਕੋਰਟ ਤੋਂ ਨਹੀਂ ਹੋਏਗਾ ਸਰ। ਮੈਨੂੰ ਹਾਈ ਕੋਰਟ ਤੋਂ ਡਰ, ਮੈਨੂੰ ਕੀ ਜੀ, ਮੈਨੂੰ ਜੋ ਆਰਡਰ ਹੈ। ਚਲੇ ਜਾ ਯਾਰ, ਤੈਨੂੰ ਸਮਝ ਨਹੀਂ ਆਉਂਦੀ। ਮੰਤਰੀ ਬੋਲਦਾ ਪਿਆ ਤੇਰੇ ਨਾਲ, ਅੱਗੋਂ ਪੜਾਈ ਜਾਣਾ ਮੈਨੂੰ।
ਕਮਾਲ ਦੀ ਗੱਲ ਹੈ ਸਰ ਤੁਹਾਡੇ ਕੀ ਨਹੀਂ। ਮੈਂ ਜੀ ਉਹ ਚੀਜ਼ ਕਰ ਰਿਹਾ ਹਾਂ ਜਿਹੜੀ ਚੀਜ਼ ਕੋਈ ਆਰਡਰ ਨਾ ਹੋਵੇ, ਫਿਰ ਤਾਂ ਤੁਸੀਂ ਮੈਨੂੰ ਇਸ ਚੀਜ਼ ਵਾਸਤੇ ਮੈਨੂੰ ਕਹੋ ਜਾਂ ਨਾਰਾਜ਼ ਹੋਵੋ। ਤਮੀਜ਼ ਚ ਰਹਿ। ਅੱਗੋਂ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ, ਜਾਂ ਮੈਨੂੰ ਕੋਈ ਕਾਨੂੰਨ ਪੜਾਵੇ। ਤੇਰਾ ਕਾਨੂੰਨ ਤਾਂ ਮੈਂ ਵੈਸੇ ਨਹੀਂ ਪੜ੍ਹਨਾ। ਸਰ ਮੈਂ ਇਦਾਂ ਦੀ ਕੋਈ ਚੀਜ਼ ਨਹੀਂ ਕਰ ਰਿਹਾ ਜੀ, ਜਿਹੜੀ ਚੀਜ਼ ਆਰਡਰ ਦੇ ਮੁਤਾਬਕ ਹੈ ਜੀ ਉਹਦੇ ਮੁਤਾਬਕ ਕਰ ਰਹੇ ਹਾਂ ਜੀ, ਕੋਈ ਗਲਤ ਨਹੀਂ ਕਰ ਰਹੇ। ਕਹਿਣਾ ਸਿੱਖ ਤੇ ਇੱਥੋਂ ਹਟ ਜਾ। ਇਹ ਤਾਂ ਪੋਸੀਬਲ ਨਹੀਂ। ਫਿਰ ਆ ਜਾ ਉੱਥੇ, ਮੈਂ ਵੀ ਆਇਆ, ਪੋਸੀਬਲ ਨਹੀਂ। ਚਲੋ ਕੋਈ ਗੱਲ ਨਹੀਂ ਸਰ, ਠੀਕ ਹੈ। ਹਾਂ।